ਪੰਜਾਬ ਦੇ ਵਿੱਚ ਹੋਮਪੈਥੀ ਕਾਲਜ ਹੈ ਕਿੱਥੇ? ਇੱਕ ਲੁਧਿਆਣਾ, ਹੋਰ ਕਿੱਥੇ ਹੈ? ਚੰਡੀਗੜ੍ਹ ਦੇ ਵਿੱਚ ਉਹ ਟੈਰੀਟਰੀ ਹੈ। ਪੰਜਾਬ ਦੇ ਵਿੱਚ ਹੋਰ ਹੋਮਪੈਥੀ ਕਾਲਜ ਹੈ ਕਿੱਥੇ? ਇਹਦਾ ਰੀਜ਼ਨ ਵੀ ਤਾਂ ਦੋ ਨਾ। ਅਗਰ ਉਹਨਾਂ ਨੇ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਆਪਾਂ ਯੂਨੀਵਰਸਿਟੀਜ਼ ਖੁੱਲ੍ਹਵਾਵਾਂਗੇ ਤਾਂ ਉਹ ਯੂਨੀਵਰਸਿਟੀ ਹਾਲੇ ਤੱਕ ਨਹੀਂ ਖੁੱਲ੍ਹੀ, ਹੋਮਪੈਥੀ ਯੂਨੀਵਰਸਿਟੀ। ਕੋਵਿਡ ਦੀ ਇੰਜੈਕਸ਼ਨਸ ਤੋਂ ਬਾਅਦ ਤੁਸੀਂ ਕੈਂਸਰਾਈਜ਼ਿੰਗ ਕੇਸਿਸ ਦੇਖੇ ਕਿੰਨੇ ਨੇ? ਇੱਕ ਵਾਰੀ ਦੇਖੋ ਤਾਂ ਸਹੀ, ਉਹਦੇ ਰਿਸਰਚ ਕਰੋ ਕੈਂਸਰਾਈਜ਼ਿੰਗ ਕੇਸਿਸ ਕਿੰਨੇ ਚੱਲ ਗਏ ਨੇ। ਹੁਣ ਤਾਂ ਗਵਰਨਮੈਂਟ ਕਹਿ ਰਹੀ ਹੈ ਜੀ ਹੁਣ ਅਸੀਂ ਰਿਸਪੌਂਸੀਬਲ ਨਹੀਂ ਹਾਂ ਕਿ ਤੁਸੀਂ ਇੰਜੈਕਸ਼ਨ ਲਗਾ ਰਹੇ, ਤੁਸੀਂ ਖੁਦ ਰਿਸਪੌਂਸੀਬਲ ਹੋ ਉਸ ਚੀਜ਼। ਪਹਿਲਾਂ ਤਾਂ ਸਰਕਾਰ ਕਹਿ ਰਹੀ ਸੀ ਸਰਟੀਫਿਕੇਟ ਦਿਖਾਓਗੇ ਤਾਂ ਟੈਸਟ ਕਰਨ ਦੇਵਾਂਗੇ, ਠੀਕ ਹੈ। ਅਤੇ ਮੈਂ ਆਪਣੇ ਸਰ ਦੇ ਨਾਲ ਮਿਲ ਕੇ, ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹ ਆਸਟ੍ਰੇਲੀਅਨ ਡਾਕਟਰ ਸੀਗੇ ਹੋਮਿਓਪੈਥੀ ਪ੍ਰੈਕਟੀਸ਼ਨਰ, ਅਤੇ ਉਹਨਾਂ ਦੇ ਨਾਲ ਮੈਂ ਇੱਕ ਦਿਨ ਦੇ ਵਿੱਚ ਘੰਟੇ 2 ਘੰਟੇ 90 ਕੇਸਿਸ ਵੀ ਕੋਵਿਡ ਦੇ ਵਿੱਚ ਦੇਖੇ ਨੇ। ਨਾ ਮੈਂ ਕੋਈ ਡੋਜ਼ ਲਗਵਾਈ, ਨਾ ਕੁਛ ਲਗਵਾਇਆ। ਤੁਹਾਡੇ ਸਾਹਮਣੇ ਮੈਂ ਅੱਜ ਵੀ ਬੈਠੀ ਹਾਂ, ਮੈਨੂੰ ਕੋਈ ਕੋਵਿਡ ਨਹੀਂ ਹੋਇਆ। ਰਿਵਰਸ ਇੰਜੀਨੀਅਰਿੰਗ ਕਰੀਏ ਕਿ ਆਲਰੇਡੀ ਜਿਹੜੀਆਂ ਪੈਥੀਜ਼ ਨੇ ਇਹ ਇਸ ਤਰ੍ਹਾਂ ਹੀ ਕੰਸੀਡਰ ਹੁੰਦੀਆਂ ਹਰ ਜਗ੍ਹਾ 'ਤੇ ਮਾਰਕੀਟ 'ਚ, ਤਾਂ ਮੈਂ ਤੁਹਾਨੂੰ ਸਿਰਫ ਇਹੀ ਪੁੱਛਣਾ ਚਾਹੂੰਗਾ ਵੀ ਹੋਮਿਓਪੈਥਿਕ ਹੀ ਕਿਉਂ? ਜੇ ਸਪੋਜ਼ ਕਰੋ ਮੈਂ ਬਿਮਾਰ ਹਾਂ ਤਾਂ ਵਾਈ ਆਈ ਐਮ ਗੋਇੰਗ ਟੂ ਗੈਟ ਅ ਹੋਮਿਓਪੈਥਿਕ ਮੈਡੀਸਨ ਇੰਸਟੈਡ ਆਫ ਮੈਂ ਕੋਈ ਐਲੋਪੈਥਿਕ ਲਵਾਂ ਅਤੇ ਫਟਾਫਟ ਆਰਾਮ ਲਵਾਂ ਉਹਦੇ ਨਾਲ। ਫੋਰ ਐਗਜ਼ਾਮਪਲ ਤੁਸੀਂ ਅਤੇ ਮੈਂ ਆਪਾਂ ਭੱਜ ਰਹੇ ਹਾਂ, ਠੀਕ ਹੈ, ਅਤੇ ਆਪਾਂ ਇੱਕ ਸਪੀਡ 'ਤੇ ਆ ਕੇ ਦੋਨੋਂ ਗਿਰ ਗਏ, ਠੀਕ ਹੈ। ਅਗਰ ਆਪਾਂ ਇੱਕ ਐਲੋਪੈਥੀ ਡਾਕਟਰ ਕੋਲ ਜਾਵਾਂਗੇ, ਉਹਨੇ ਤੁਹਾਡੀ ਚੋਟ ਦੇਖ ਕੇ ਵੀ ਉਹੀ ਐਂਟੀਬਾਇਓਟਿਕਸ ਪ੍ਰਿਸਕ੍ਰਾਈਬ ਕਰਨੇ ਆ, ਉਹਨੇ ਮੇਰੀ ਚੋਟ ਦੇਖ ਕੇ ਵੀ ਉਹੀ ਐਂਟੀਬਾਇਓਟਿਕਸ। ਤਾਂ ਅਗਰ ਆਪਾਂ ਇੱਕ ਹੋਮਿਓਪੈਥੀ ਜਾਂ ਆਯੁਰਵੈਦਿਕ ਡਾਕਟਰ ਕੋਲ ਜਾਵਾਂਗੇ ਤਾਂ ਤੁਹਾਨੂੰ ਅਲੱਗ ਮੈਡੀਸਿਨ ਦੇਣਗੇ, ਮੈਨੂੰ ਅਲੱਗ ਮੈਡੀਸਿਨ ਦੇਣਗੇ, ਬਿਕੋਜ਼ ਹਰ ਇੱਕ ਬੰਦਾ ਇੰਡੀਵਿਜੂਅਲ ਹੈ। ਕਿ ਅਗਰ ਤੁਹਾਨੂੰ ਕੋਈ ਚੀਜ਼ ਹੋ ਰਹੀ ਹੈ, ਤੁਸੀਂ ਉਹ ਚੀਜ਼ ਪੈਰਾਸੀਟਾਮੋਲ ਖਾ ਰਹੇ ਹੋ ਤਾਂ ਤੁਹਾਨੂੰ ਕੱਲ੍ਹ ਫਿਰ ਬੁਖਾਰ ਹੋ ਰਿਹਾ, ਤੁਸੀਂ ਫਿਰ ਪੈਰਾਸੀਟਾਮੋਲ ਖਾ ਲਈ, ਤੁਹਾਨੂੰ ਫਿਰ ਬੁਖਾਰ ਹੋ ਰਿਹਾ। ਡਾਕਟਰਸ ਤੁਹਾਨੂੰ ਦਿਨ ਦੀ 2 ਪੈਰਾਸੀਟਾਮੋਲ ਲਿਖ ਕੇ ਦੇ ਰਹੇ ਨੇ। ਲਾਈਕ ਤੁਸੀਂ ਡੋਲੋ ਤਾਂ ਦਿਖਾਇਆ ਜਦੋਂ ਤੁਸੀਂ ਪੋਲੋ ਖਾ ਰਹੇ ਹੋ, ਕੋਵਿਡ ਦੇ ਵਿੱਚ ਇਹੀ ਚੱਲਿਆ ਸੀਗਾ, ਅਤੇ ਉਹ ਤੁਹਾਨੂੰ ਕਿੱਦਾਂ ਨੁਕਸਾਨ ਦੇਗੀ। ਇਹ ਜਿਸ ਤਰ੍ਹਾਂ ਹੁਣ ਇਸ ਫੀਲਡ 'ਚ ਬੜੀ ਰਿਸਰਚ ਹੋ ਰਹੀ ਹੈ ਐਲੋਪੈਥਿਕ ਮੈਡੀਸਨਸ 'ਚ, ਹੈ ਨਾ, ਐਡਵਾਂਸਮੈਂਟ ਇੰਨੀ ਹੋ ਰਹੀ ਹੈ। ਈਵਨ ਜਿਸ ਤਰ੍ਹਾਂ ਹੁਣ ਰੋਬੋਟਿਕ ਸਰਜਰੀਜ਼ ਆ ਗਈਆਂ, ਹੋਰ ਆ ਗਈਆਂ, ਬਟ ਇਨ ਦ ਕੇਸ ਆਫ ਹੋਮਿਓਪੈਥਿਕ ਮੈਡੀਸਨਸ ਆਪਾਂ ਦੇਖਿਆ ਹੋਣਾ ਕਿ ਕਦੀ ਕੋਈ ਖਾਸ ਰਿਸਰਚ ਦੀ ਕੋਈ ਡਿਟੇਲਸ ਵੀ ਨਹੀਂ ਆਉਂਦੀਆਂ ਜਾਂ ਕੋਈ ਉਹਨਾਂ ਨੂੰ ਪਬਲਿਸਾਈਜ਼ ਨਹੀਂ ਕੀਤਾ ਜਾਂਦਾ, ਕੋਈ ਪੇਪਰਸ ਨਹੀਂ ਆਉਂਦੇ। ਮੇ ਬੀ ਤੁਹਾਡੇ ਡਾਕਟਰਸ ਦਾ ਕੁਛ ਨਾ ਕੁਛ ਪਹੁੰਚਦਾ ਹੋਵੇ ਨਵਾਂ ਰਿਸਰਚ ਦਾ, ਬਟ ਆਮ ਪਬਲਿਕ ਨੂੰ ਤਾਂ ਇਹਦੇ ਬਾਰੇ ਜ਼ਿਆਦਾ ਪਤਾ ਵੀ ਨਹੀਂ ਲੱਗਦਾ। ਸੋ ਇਹ ਚੀਜ਼ਾਂ ਹੋਣ ਦੇ ਕਾਰਨ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਆਪਾਂ ਇਸ ਨੂੰ ਕਿਵੇਂ ਇਹਨੂੰ ਫੈਲਾ ਕਿਵੇਂ ਸਕਦੇ ਹਾਂ ਐਜ਼ ਕੰਪੇਅਰ ਟੂ ਐਲੋਪੈਥਿਕ? ਆਪਾਂ ਰੂਟ ਕਾਜ਼ ਟ੍ਰੀਟ ਕਰਨਾ ਹੈ ਨਾ, ਤੁਸੀਂ ਤਾਂ ਇੱਕ ਫਿਜ਼ੀਕਲ ਚੀਜ਼ ਟ੍ਰੀਟ ਕਰ ਰਹੇ ਹੋ, ਆਪਣੇ ਅੰਦਰ ਦੀ ਚੀਜ਼ ਤਾਂ ਠੀਕ ਕਰੋ। ਤੁਸੀਂ ਬਸ ਇੱਕ ਫਿਜ਼ੀਕਲ ਪੈਟਰਨ 'ਤੇ ਚੱਲੀ ਜਾ ਰਹੇ ਹੋ। ਜਿੱਦਾਂ ਹੁਣ ਮਾਡਰਨ ਮੈਡੀਸਿਨ ਕਹਿ ਰਹੇ ਆਪਾਂ ਐਲੋਪੈਥੀ ਨੂੰ ਕਿ ਇੱਕ ਪਲੇਸੀਬੋ ਹੈ। ਵਾਟ ਪਲੇਸੀਬੋ ਇਜ਼ ਕਿ ਕਿਹਾ ਜਾਂਦਾ ਹੈ ਕਿ ਹੋਮਿਓਪੈਥਿਕ ਡਾਇਲਿਊਸ਼ਨ ਹੈ, ਤੁਸੀਂ ਜਸਟ ਡਾਇਲਿਊਸ਼ਨ ਦਿੰਦੇ ਹੋ, ਤੁਹਾਡੀ ਸਾਈਕੀ ਕੰਮ ਕਰਦੀ ਹੈ, ਤੁਸੀਂ ਠੀਕ ਹੋ ਜਾਂਦੇ ਹੋ, ਬਟ ਦਿਸ ਇਜ਼ ਐਗਜ਼ੈਕਟਲੀ ਅ ਰੋਂਗ ਥਿੰਗ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਨਾਲ, ਤੁਹਾਡੇ ਰੂਬਰੂ ਇੱਕ ਨਵਾਂ ਟੌਪਿਕ ਲੈ ਕੇ, ਤੁਹਾਡੀ ਸਿਹਤ, ਤੁਹਾਡੀ ਹੈਲਥ ਬਾਰੇ। ਅੱਜ ਦਾ ਜੋ ਟੌਪਿਕ ਹੈ ਬੜਾ ਹੀ ਰੋਚਕ ਹੈ, ਬਿਕੋਜ਼ ਆਪਾਂ ਯੂਜੂਲੀ ਕਨਵੈਨਸ਼ਨਲ ਜਿਹੜੇ ਪੈਟਰਨਸ 'ਤੇ ਚੱਲਦੇ ਹਾਂ, ਜੋ ਯੂਜੂਲੀ ਹਮੇਸ਼ਾ ਸ਼ੁਰੂ ਤੋਂ ਚੱਲਦਾ ਆਇਆ ਹੈ, ਜਿਵੇਂ ਐਲੋਪੈਥੀ ਜਾਂ ਹੋਰ ਆਪਾਂ ਨੂੰ ਖੰਘ ਜ਼ੁਕਾਮ ਹੋਇਆ, ਬੁਖਾਰ ਹੋਇਆ, ਹੈ ਨਾ, ਆਪਾਂ ਡਾਕਟਰ ਐਲੋਪੈਥਿਕ ਕੋਲ ਗਏ, ਦਵਾਈ ਲਈ, ਠੀਕ ਹੋ ਗਏ, ਹੈ ਨਾ। ਬਟ ਅੱਜ ਮੈਂ ਥੋੜ੍ਹਾ ਜਿਹਾ ਡਿਫਰੈਂਟ ਇਸ 'ਚ ਇਹ ਕਰਨਾ ਚਾਹ ਰਿਹਾ ਕਿ ਮੇਰੇ ਨਾਲ ਹਾਜ਼ਰ ਨੇ ਡਾਕਟਰ ਜ਼ੁਬਾ ਸਪਰਾ। ਉਹਨਾਂ ਦੇ ਉਹ ਜੋ ਕਿ ਇਸ ਟਾਈਮ ਐਜ਼ ਅ ਹੋਮਿਓਪੈਥਿਕ ਪ੍ਰੈਕਟੀਸ਼ਨਰ ਵਰਕ ਕਰ ਰਹੇ ਨੇ ਪਟਿਆਲਾ ਵਿੱਚ। ਉਹਨਾਂ ਦੇ ਆਲਰੇਡੀ 2 ਕਲੀਨਿਕ ਨੇ, ਅਤੇ ਸਭ ਤੋਂ ਜਿਹੜੀ ਮਜ਼ੇਦਾਰ ਚੀਜ਼ ਹੈ, ਜੋ ਸਭ ਤੋਂ ਜਾਣਨ ਵਾਲੀ ਚੀਜ਼ ਹੈ ਜਾਂ ਇੰਟਰਸਟਿੰਗ ਚੀਜ਼ ਹੈ, ਉਹ ਇਹ ਹੈ ਕਿ ਉਹਨਾਂ ਨੇ MBBS ਛੱਡ ਕੇ ਇਸ ਕਿੱਤੇ ਨੂੰ, ਇਸ ਫੀਲਡ ਨੂੰ ਚੁਣਿਆ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਾਂਗਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅਤੇ ਡਾਕਟਰ ਸਾਹਿਬ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਜਿਸ ਤਰ੍ਹਾਂ ਤੁਸੀਂ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਤੁਸੀਂ ਆਲਰੇਡੀ MBBS ਵਿੱਚ ਤੁਸੀਂ ਐਡਮਿਸ਼ਨ ਲੈ ਚੁੱਕੇ ਸੀ, ਐਂਡ ਦੈਨ ਯੂ ਲੈਫਟ ਦੈਟ, ਤੁਸੀਂ ਇਸ ਸਾਈਡ 'ਤੇ ਕਿਉਂ ਆਏ, ਹੋਮਿਓਪੈਥੀ 'ਚ ਕਿਉਂ ਆਏ? ਸਰ ਬਸ ਵੈਸੇ ਕੁਝ ਰੀਜ਼ਨ ਸੀਗੇ ਕਿ ਮੈਨੂੰ ਐਲੋਪੈਥੀ ਕੋਈ ਫੀਲਡ ਇੱਕ ਤਾਂ ਗਲਤ ਨਹੀਂ ਫੀਲਡ ਹੁੰਦੀ, ਹਰ ਪੈਥੀ ਦਾ ਆਪਣਾ ਰੀਜਨ ਅਤੇ ਬਿਲੀਫ ਹੁੰਦਾ। MBBS ਦਾ ਆਪਣਾ ਇੱਕ ਬਿਲੀਫ ਹੈ, ਹੋਮਿਓਪੈਥੀ ਦਾ ਆਪਣਾ ਇੱਕ ਬਿਲੀਫ ਹੈ, ਆਯੁਰਵੈਦਿਕ ਦਾ ਆਪਣਾ ਇੱਕ ਬਿਲੀਫ ਹੈ। ਅਤੇ ਮੈਂ ਕੁਛ ਐਸੀ ਚੀਜ਼ਾਂ ਦੇਖੀਆਂ ਕਿ ਵਾਟ ਆਈ ਫੈਲਟ ਵੈਨ ਆਈ ਸਟਾਰਟਡ MBBS ਕਿ ਗੋਲੀਆਂ ਦੇ ਨਾਲ ਨਾਲ ਤੁਹਾਡੇ ਸਰੀਰ ਨੂੰ ਠੀਕ ਕਰਨ ਦੇ ਬਜਾਏ ਉਹ ਤੁਹਾਡੇ ਐਡਜਸੈਂਟ ਆਰਗਨਸ ਨੂੰ ਸਾਈਡ ਇਫੈਕਟ ਦੇ ਰਹੇ ਨੇ, ਠੀਕ ਹੈ। ਫਿਰ ਉਸ ਤੋਂ ਬਾਅਦ ਮੇਰਾ ਦਿਲ ਨਹੀਂ ਕੀਤਾ ਇਹ ਚੀਜ਼ ਕਰਨ ਲਈ, ਬਿਕੋਜ਼ ਆਲਰੇਡੀ ਮੈਂ ਇੱਕ ਪੇਸ਼ੈਂਟ ਆਪਣੇ ਘਰ ਦੇਖ ਚੁੱਕੀ ਸੀ ਜੋ ਕਿ ਆਲਰੇਡੀ ਦਾ ਬ੍ਰੇਨ ਸ਼ਰਿੰਕ ਹੋ ਗਿਆ ਸੀ ਇਸ ਪ੍ਰੈਕਟਿਸ ਦੇ ਨਾਲ। ਅਤੇ ਫਿਰ ਮੈਂ ਸੋਚਿਆ ਕਿ ਨਹੀਂ, ਅਗਰ ਮੈਂ ਇੱਕ ਇਸ ਲਾਈਨ ਮੈਡੀਕਲ ਲਾਈਨ ਚੂਜ਼ ਹੀ ਕਰਨੀ ਹੈ ਦੈਨ ਵਾਈ ਨਾਟ ਹੋਮਿਓਪੈਥੀ, ਜੋ ਕਿ ਮੇਰੇ ਡੈਡ ਬਿਲਕੁਲ ਅਗੇਂਸਟ ਸੀਗੇ ਮੇਰੇ ਕਿ ਅਗਰ ਇੰਨਾ ਅੱਛਾ ਰੈਂਕ ਲਿੱਤਾ ਤੇ ਵਾਈ ਨਾਟ MBBS ਔਰ ਆਯੁਰਵੇਦਾ। ਫਿਰ ਉਸ ਤੋਂ ਬਾਅਦ ਮੈਂ ਆਪਣਾ ਬਾਇਓਟੈਕਨੋਲੋਜੀ ਕੀਤੀ
बायोटेक्नोलॉजी में मेरा दिल नहीं लगा बिल्कुल भी। फिर आई स्टार्टेड थिंकिंग कि वाई नॉट होम्योपैथी। अगर शुरू तो मैं वो चीज़ लै रही हाँ तो मेरी वाइटिलिटी मेरी इम्यूनिटी इन्नी स्ट्रॉन्ग है डैट जस्ट बिकॉज ऑफ होम्योपैथी, तो वाई नॉट होम्योपैथी। फिर जस्ट आई स्टार्टेड लाइक दिस। ਡਾਕਟਰ ਸਾਹਿਬ ਇੱਕ ਨਾ ਮੈਂ ਤੁਹਾਨੂੰ ਜੋਕ ਸੁਣਾਉਣਾ ਚਾਹੂੰਗਾ ਇਸ 'ਤੇ ਕਿ ਹੋਇਆ ਕਿ ਇਹ ਜਿਸ ਤਰ੍ਹਾਂ ਨਾ ਇੱਕ ਮੈਨੂੰ ਬੈਠਾ ਮੈਂ ਦੇਖ ਰਿਹਾ ਸੀ, ਮੇਰੇ ਫਰੈਂਡਸ ਨੇ ਮੈਨੂੰ ਮੈਸੇਜ ਆਇਆ ਕਿ ਉਸ ਅਲੱਗ-ਅਲੱਗ ਤਰ੍ਹਾਂ ਦੇ ਦੋਸਤਾਂ ਬਾਰੇ ਡਿਸਕ੍ਰਾਈਬ ਕੀਤਾ ਗਿਆ ਸੀਗਾ ਐਂਡ ਦੇ ਹੈਵ ਡਿਸਕ੍ਰਾਈਬਡ ਕਿ ਕਹਿੰਦੇ ਜਿਵੇਂ ਐਕਸਪਾਇਰਡ ਮੈਡੀਸਨ ਹੁੰਦੀ ਆ, ਉਹ ਇਹੋ ਜਿਹੇ ਦੋਸਤ ਹੁੰਦੇ ਨੇ, ਕੁਛ ਦੋਸਤ ਹੁੰਦੇ ਜਿਹੜੇ ਐਕਸਪਾਇਰਡ ਮੈਡੀਸਨ ਵਰਗੇ ਹੁੰਦੇ ਨੇ, ਜਿਹੜੇ ਕਿ ਜ਼ਰੂਰਤ ਨਹੀਂ ਹੁੰਦੀ ਬਟ ਆਪਾਂ ਪਤਾ ਨਹੀਂ ਕਿਉਂ ਚੁੱਕੀ ਫਿਰਦੇ ਹੁੰਦੇ ਆ। ਫਿਰ ਆਉਂਦੇ ਨੇ ਇੱਕ ਦੋਸਤ ਜਿਹੜੇ ਪੇਨ ਕਿਲਰਸ ਵਰਗੇ ਹੁੰਦੇ ਨੇ, ਜਿਨ੍ਹਾਂ ਨਾਲ ਜੋ ਤਕਲੀਫ ਨਹੀਂ ਘੱਟ ਕਰ ਸਕਦੇ ਬਟ ਫੀਲ ਨਹੀਂ ਹੋਣ ਦਿੰਦੇ ਤਕਲੀਫ ਨੂੰ। ਫਿਰ ਆਉਂਦੇ ਨੇ ਵਾਈਟਮਿਨਸ, ਉਹਨਾਂ ਦਾ ਪਤਾ ਨਹੀਂ ਕੁਛ ਹੈ ਜਾਂ ਨਹੀਂ ਹੈ ਬਟ ਆਪਾਂ ਜਦੋਂ ਲੈ ਲੈਂਦੇ ਹਾਂ ਤਾਂ ਆਪਾਂ ਫੀਲ ਗੁੱਡ ਕਰਦੇ ਹਾਂ। ਫਿਰ ਆਉਂਦੇ ਨੇ ਐਂਟੀਬਾਇਓਟਿਕਸ, ਉਹ ਜਿਹੜੇ ਕਿ ਐਮਰਜੈਂਸੀ 'ਚ ਕੰਮ ਆਉਂਦੇ ਨੇ। ਉਸ ਤੋਂ ਬਾਅਦ ਆਉਂਦੇ ਨੇ ਆਯੁਰਵੈਦਿਕ, ਜਿਹੜੇ ਕਿ ਕਦੀ ਲੱਗਦਾ ਹੈ ਕਿ ਹਾਂ ਕੰਮ ਕਰ ਰਹੇ ਨੇ ਬਟ ਸ਼ੋਰਿਟੀ ਨਹੀਂ ਹੁੰਦੀ ਹੈ ਜੀ। ਉਸ ਤੋਂ ਬਾਅਦ ਆਉਂਦੇ ਨੇ ਐਲੋਪੈਥਿਕ, ਜੋ ਮੁੱਦੇ ਨੂੰ ਫਟਾਫਟ ਸੋਲਵ ਕਰਦੇ ਨੇ ਬਟ ਸਾਈਡ ਇਫੈਕਟਸ ਦੇ ਜਾਂਦੇ ਨੇ, ਜਿਸ ਤਰ੍ਹਾਂ ਤੁਸੀਂ ਹੁਣੀ ਐਲੋਪੈਥੀ ਦੀ ਗੱਲ ਕੀਤੀ। ਐਂਡ ਦ ਲਾਸਟ ਕਿ ਹੋਮਿਓਪੈਥਿਕ, ਕਿ ਹੁੰਦੇ ਮਿੱਠੀਆਂ ਗੋਲੀਆਂ ਵਰਗੇ ਨੇ, ਸਵਾਦ ਆਉਂਦਾ ਪਰ ਪਤਾ ਨਹੀਂ ਅਸਰ ਹੋਇਆ ਕਿ ਨਹੀਂ ਹੋਇਆ। ਤਾਂ ਇਹ ਜੇ ਆਪਾਂ ਇਸ ਦੀ ਰਿਵਰਸ ਇੰਜੀਨੀਅਰਿੰਗ ਕਰੀਏ ਕਿ ਆਲਰੇਡੀ ਜਿਹੜੀਆਂ ਪੈਥੀਜ਼ ਨੇ ਇਹ ਇਸ ਤਰ੍ਹਾਂ ਹੀ ਕੰਸੀਡਰ ਹੁੰਦੀਆਂ ਹਰ ਜਗ੍ਹਾ 'ਤੇ ਮਾਰਕੀਟ 'ਚ, ਤਾਂ ਮੈਂ ਤੁਹਾਨੂੰ ਸਿਰਫ ਇਹੀ ਪੁੱਛਣਾ ਚਾਹੂੰਗਾ ਵੀ ਹੋਮਿਓਪੈਥਿਕ ਹੀ ਕਿਉਂ? ਜੇ ਸਪੋਜ਼ ਕਰੋ ਮੈਂ ਬਿਮਾਰ ਹਾਂ ਤਾਂ ਵਾਈ ਆਈ ਐਮ ਗੋਇੰਗ ਟੂ ਗੈਟ ਅ ਹੋਮਿਓਪੈਥਿਕ ਮੈਡੀਸਨ ਇੰਸਟੈਡ ਆਫ ਮੈਂ ਕੋਈ ਐਲੋਪੈਥਿਕ ਲਵਾਂ ਤੇ ਫਟਾਫਟ ਆਰਾਮ ਲਵਾਂ ਉਹਦੇ ਨਾਲ। ਓਕੇ, ਜਸਟ ਇੱਕ ਛੋਟੀ ਐਗਜ਼ਾਮਪਲ ਦਿੰਦੀ ਹਾਂ। ਫੋਰ ਐਗਜ਼ਾਮਪਲ ਤੁਸੀਂ ਤੇ ਮੈਂ ਆਪਾਂ ਭੱਜ ਰਹੇ ਹਾਂ, ਠੀਕ ਹੈ, ਤੇ ਆਪਾਂ ਇੱਕ ਸਪੀਡ 'ਤੇ ਆ ਕੇ ਦੋਨੋਂ ਗਿਰ ਗਏ, ਠੀਕ ਹੈ। ਅਗਰ ਆਪਾਂ ਇੱਕ ਐਲੋਪੈਥੀ ਡਾਕਟਰ ਕੋਲ ਜਾਵਾਂਗੇ, ਉਹਨੇ ਤੁਹਾਡੀ ਚੋਟ ਦੇਖ ਕੇ ਵੀ ਉਹੀ ਐਂਟੀਬਾਇਓਟਿਕਸ ਪ੍ਰਿਸਕ੍ਰਾਈਬ ਕਰਨੇ ਆ, ਉਹਨੇ ਮੇਰੀ ਚੋਟ ਦੇਖ ਕੇ ਵੀ ਉਹੀ ਐਂਟੀਬਾਇਓਟਿਕਸ ਪ੍ਰਿਸਕ੍ਰਾਈਬ ਕਰਨੇ ਆ। ਰਾਦਰ ਕਿ ਤੁਹਾਡੀ ਵਾਈਟਿਲਿਟੀ ਕੁਛ ਹੋਰ ਹੈ, ਤੁਹਾਡੀ ਬਾਡੀ ਦਾ ਮੇਕਅਪ ਕੁਛ ਹੋਰ ਹੈ, ਤੁਹਾਡੇ ਸੈਲਸ ਕਿੱਦਾਂ ਕੰਮ ਕਰ ਰਹੇ ਨੇ, ਤੁਹਾਡੀ ਬਾਡੀ ਦੀ ਪਰਸਨੈਲਿਟੀ ਇਜ਼ ਜਸਟ ਡਿਪੈਂਡ ਅਪੋਨ ਯੂ। ਮੇਰੀ ਬਾਡੀ ਦੀ ਪਰਸਨੈਲਿਟੀ ਇਜ਼ ਮੀ। ਤਾਂ ਅਗਰ ਆਪਾਂ ਇੱਕ ਹੋਮਿਓਪੈਥੀ ਜਾਂ ਆਯੁਰਵੈਦਿਕ ਡਾਕਟਰ ਕੋਲ ਜਾਵਾਂਗੇ ਤਾਂ ਤੁਹਾਨੂੰ ਅਲੱਗ ਮੈਡੀਸਿਨ ਦੇਣਗੇ, ਮੈਨੂੰ ਅਲੱਗ ਮੈਡੀਸਿਨ ਦੇਣਗੇ, ਬਿਕੋਜ਼ ਹਰ ਇੱਕ ਬੰਦਾ ਇੰਡੀਵਿਜੂਅਲ ਹੈ, ਠੀਕ ਹੈ। ਤੁਸੀਂ ਤੁਹਾਡੀ ਵੀ ਖੁਦ ਦੀ ਇੱਕ ਇੰਡੀਵਿਜੂਅਲਿਟੀ ਹੈ, ਮੇਰੀ ਵੀ ਹੈਗੀ ਹੈ, ਵੀ ਬੋਥ ਆਰ ਲਾਈਕ ਇੰਡੀਵਿਜੂਅਲਸ। ਤਾਂ ਫਿਰ ਅਗਰ ਇੱਕ ਐਲੋਪੈਥੀ ਨੇ ਹੀ ਕੰਮ ਕਰਨਾ ਹੈ ਤਾਂ ਉਹਨੇ ਅਗਰ ਤੁਹਾਡੇ ਬੈਕਟੀਰੀਆਜ਼ ਹੀ ਮਾਰਨੇ ਨੇ ਤਾਂ ਠੀਕ ਹੈ, ਉਹ ਇੱਕ ਟਾਈਮ ਤੱਕ ਮਰ ਜਾਣਗੇ, ਬਟ ਜਿਹੜੀ ਉਹ ਨੁਕਸਾਨ ਦੇਣਗੇ ਬਾਅਦ ਦੇ ਵਿੱਚ, ਫੋਰ ਐਗਜ਼ਾਮਪਲ ਤੁਹਾਡਾ ਸਪਰੈਸ ਜੇ ਕੋਈ ਚੀਜ਼ ਰਹਿ ਜਾਏਗੀ ਤਾਂ ਉਹ ਬਾਅਦ ਦੇ ਵਿੱਚ ਐਜ਼ਮਾ ਦੇ ਥਰੂ ਨਿਕਲੇਗਾ, ਉਹ ਬਾਅਦ ਵਿੱਚ ਸੋਰਾਇਸਿਸ ਦੇ ਥਰੂ ਨਿਕਲੇਗਾ। ਫਿਰ ਉਹ ਚੀਜ਼ ਤੁਸੀਂ ਕਿਵੇਂ ਟੈਕਲ ਕਰੋਗੇ? ਵਾਈ ਨਾਟ ਟੂ ਟਰੀਟ ਆਲਵੇਜ਼ ਅ ਰੂਟ ਕਾਜ਼? ਆਪਾਂ ਰੂਟ ਕਾਜ਼ ਟਰੀਟ ਕਰਨਾ ਨਾ, ਤੁਸੀਂ ਤਾਂ ਇੱਕ ਫਿਜ਼ੀਕਲ ਚੀਜ਼ ਟਰੀਟ ਕਰ ਰਹੇ ਹੋ, ਆਪਣੇ ਅੰਦਰ ਦੀ ਚੀਜ਼ ਤਾਂ ਠੀਕ ਕਰੋ। ਤੁਸੀਂ ਬਸ ਇੱਕ ਫਿਜ਼ੀਕਲ ਪੈਟਰਨ 'ਤੇ ਚੱਲੀ ਜਾ ਰਹੇ ਹੋ, ਜਿੱਦਾਂ ਹੁਣ ਮਾਡਰਨ ਮੈਡੀਸਿਨ ਕਹਿ ਰਹੇ ਆਪਾਂ ਐਲੋਪੈਥੀ ਨੂੰ। ਐਗਜ਼ੈਕਟਲੀ ਦੈਟ ਇਜ਼ ਅ ਮਾਡਰਨ ਮੈਡੀਸਨ, ਇੱਕ ਰਿਸਰਚ ਬੇਸਡ ਸਾਇੰਟੀਫਿਕ ਮੈਡੀਸਨ ਹੈ, ਜਦ ਕਿ ਹੋਮਿਓਪੈਥੀ ਨੂੰ ਪਲੇਸੀਬੋ ਬੇਸਡ ਮੈਡੀਸਨ ਕਿਹਾ ਜਾਂਦਾ ਹੈ। ਕਿ ਇੱਕ ਪਲੇਸੀਬੋ ਹੈ, ਵਾਟ ਪਲੇਸੀਬੋ ਇਜ਼ ਕਿ ਕਿਹਾ ਜਾਂਦਾ ਹੈ ਕਿ ਹੋਮਿਓਪੈਥਿਕ ਡਾਇਲੂਸ਼ਨ ਹੈ, ਤੁਸੀਂ ਜਸਟ ਡਾਇਲੂਸ਼ਨ ਦਿੰਦੇ ਹੋ, ਤੁਹਾਡੀ ਸਾਈਕੀ ਕੰਮ ਕਰਦੀ ਹੋ, ਤੁਸੀਂ ਠੀਕ ਹੋ ਜਾਂਦੇ ਹੋ, ਬਟ ਦਿਸ ਇਜ਼ ਐਗਜ਼ੈਕਟਲੀ ਅ ਰੋਂਗ ਥਿੰਗ। ਓਕੇ, ਬਿਲਕੁਲ ਰੋਂਗ ਹੈ। ਇਹਦੇ ਉੱਪਰ ਰਿਸਰਚ ਆਈਆਂ ਨੇ, ਬਹੁਤ ਰਿਸਰਚਰਸ ਨੇ, ਇੱਕ ਡਾਕੂਮੈਂਟਰੀ ਵੀ ਬਣ ਰਹੀ ਹੈ ਜੋ USA UK ਬੇਸਡ ਡਾਕੂਮੈਂਟਰੀ ਹੈ, ਮਸਟ ਵਾਚ ਦੈਟ। ਅਤੇ ਇੰਡੀਵਿਜੂਅਲਿਟੀ, ਤੁਸੀਂ ਜਿਹੜਾ ਤੁਹਾਡਾ ਕੁਐਸਚਨ ਹੈ ਉਹਦਾ ਆਨਸਰ ਇੰਡੀਵਿਜੂਅਲਿਟੀ, ਤੁਸੀਂ ਕੁਛ ਹੋਰ ਹੋ, ਮੈਂ ਕੁਛ ਹੋਰ ਹਾਂ, ਮੈਂ ਰੂਟ ਕਾਜ਼ ਟਰੀਟ ਕਰਨਾ, ਤੁਸੀਂ ਰੂਟ ਕਾਜ਼ ਟਰੀਟ ਕਰਨਾ, ਦੈਨ ਯੂ ਮਸਟ ਆਫਰ ਸਮ ਆਯੂਸ਼ ਮੈਡੀਸਿਨਸ, ਆਯੁਰਵੈਦਿਕ, ਹੋਮਿਓਪੈਥੀ, ਯੂਨਾਨੀ। ਬਟ ਇਹ ਤੁਸੀਂ ਬੜੀ ਇਨ ਡੈਪਥ ਗੱਲ ਕੀਤੀ ਹੈ ਡਾਕਟਰ ਸਾਹਿਬ, ਮੈਂ ਐਪਰੀਸ਼ੀਏਟ ਕਰੂੰਗਾ ਇਸ ਨੂੰ ਕਿ ਹਰ ਪਰਸਨ ਲਈ ਇੱਕ ਅਲੱਗ ਰਿਸਰਚ ਹੈ। ਮੈਂ ਤੁਹਾਡੇ ਨਾਲ ਨਾ ਇਹੀ ਗੱਲ ਕਰਨੀ ਸੀਗੀ ਕਿ ਜਿਸ ਤਰ੍ਹਾਂ ਹੁਣ ਇਸ ਫੀਲਡ 'ਚ ਬੜੀ ਰਿਸਰਚ ਹੋ ਰਹੀ ਹੈ, ਐਲੋਪੈਥਿਕ ਮੈਡੀਸਨਸ 'ਚ ਨਾ ਐਡਵਾਂਸਮੈਂਟ ਇੰਨੀ ਹੋ ਰਹੀ ਹੈ, ਈਵਨ ਜਿਸ ਤਰ੍ਹਾਂ ਹੁਣ ਰੋਬੋਟਿਕ ਸਰਜਰੀਜ਼ ਆ ਗਈਆਂ, ਹੋਰ ਆ ਗਈਆਂ, ਬਟ ਇਨ ਦ ਕੇਸ ਆਫ ਹੋਮਿਓਪੈਥਿਕ ਮੈਡੀਸਨਸ ਆਪਾਂ ਦੇਖਿਆ ਹੋਣਾ ਕਿ ਕਦੀ ਕੋਈ ਖਾਸ ਰਿਸਰਚ ਦੀ ਕੋਈ ਡਿਟੇਲਸ ਵੀ ਨਹੀਂ ਆਉਂਦੀਆਂ ਜਾਂ ਕੋਈ ਉਹਨਾਂ ਨੂੰ ਪਬਲਿਸਾਈਜ਼ ਨਹੀਂ ਕੀਤਾ ਜਾਂਦਾ, ਕੋਈ ਪੇਪਰਸ ਨਹੀਂ ਆਉਂਦੇ। ਮੇ ਬੀ ਤੁਹਾਡੇ ਡਾਕਟਰਸ ਦਾ ਕੁਛ ਨਾ ਕੁਛ ਪਹੁੰਚਦਾ ਹੋਵੇ ਨਵਾਂ ਰਿਸਰਚ ਦਾ, ਬਟ ਆਮ ਪਬਲਿਕ ਨੂੰ ਤਾਂ ਇਹਦੇ ਬਾਰੇ ਜ਼ਿਆਦਾ ਪਤਾ ਵੀ ਨਹੀਂ ਲੱਗਦਾ। ਸੋ ਇਹ ਚੀਜ਼ਾਂ ਹੋਣ ਦੇ ਕਾਰਨ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਆਪਾਂ ਇਸ ਨੂੰ ਕਿਵੇਂ ਇਹਨੂੰ ਫੈਲਾ ਕਿਵੇਂ ਸਕਦੇ ਹਾਂ ਐਜ਼ ਕੰਪੇਅਰ ਟੂ ਐਲੋਪੈਥਿਕ? ਤੁਹਾਡੇ ਕੋਲ ਫੰਡਿੰਗ ਵੀ ਤਾਂ ਹੋਣੀ ਚਾਹੀਦੀ ਹੈ ਕਿਸੇ ਚੀਜ਼ ਨੂੰ। ਹੁਣ ਹਾਲ ਹੀ ਦੇ ਵਿੱਚ ਹੁਣ ਇੱਕ ਲੁਧਿਆਣਾ ਦੇ ਵਿੱਚ ਇੱਕ ਹੋਮਿਓਪੈਥਿਕ ਕਾਲਜ ਬੰਦ ਹੋਇਆ, ਠੀਕ ਹੈ। ਉਹ ਬੰਦ ਹੋਣ ਨਾਲ ਤੁਸੀਂ ਦੂਜਾ ਕਾਲਜ ਖੋਲ੍ਹਿਆ। ਪੰਜਾਬ ਦੇ ਵਿੱਚ ਹੋਮਿਓਪੈਥੀ ਕਾਲਜ ਹੈ ਕਿੱਥੇ? ਇੱਕ ਲੁਧਿਆਣਾ, ਹੋਰ ਕਿੱਥੇ ਹੈ? ਚੰਡੀਗੜ੍ਹ ਦੇ ਵਿੱਚ, ਉਹ ਟੈਰੀਟਰੀ ਹੈ। ਪੰਜਾਬ ਦੇ ਵਿੱਚ ਹੋਰ ਹੋਮਿਓਪੈਥੀ ਕਾਲਜ ਹੈ ਕਿੱਥੇ? ਇਹਦਾ ਰੀਜ਼ਨ ਵੀ ਤਾਂ ਦੋ ਨਾ। ਅਗਰ ਉਹਨਾਂ ਨੇ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਆਪਾਂ ਯੂਨੀਵਰਸਿਟੀਜ਼ ਖੁਲਵਾਵਾਂਗੇ ਤਾਂ ਉਹ ਯੂਨੀਵਰਸਿਟੀ ਹਾਲੇ ਤੱਕ ਨਹੀਂ ਖੁੱਲੀ, ਹੋਮਿਓਪੈਥੀ ਯੂਨੀਵਰਸਿਟੀ, ਠੀਕ ਹੈ।
ਤੁਹਾਨੂੰ ਫੰਡਿੰਗਸ ਨਹੀਂ ਹੈ, ਬਟ ਬਾਹਰ ਆਊਟਸਾਈਡ ਇੰਡੀਆ ਬਹੁਤ ਰਿਸਰਚਸ ਚੱਲ ਰਹੀਆਂ ਨੇ, UK ਬੇਸਡ ਰਿਸਰਚਸ ਬਹੁਤ ਨੇ। ਹੋਮਿਓਪੈਥੀ ਰਿਸਰਚ ਇੰਸਟੀਚਿਊਟ ਨੇ ਉਹਨੇ ਜਸਟ ਹੁਣੇ 2025 ਦੀ ਸਟਾਰਟਿੰਗ ਵਿੱਚ ਫੈਰਮਮੈਟ ਉੱਤੇ ਇੱਕ ਹੁੰਦਾ ਮਿਨਰਲ, ਇਹਦੇ ਉੱਪਰ ਰਿਸਰਚ ਕੀਤੀ ਹੈ, ਠੀਕ ਹੈ, ਐਂਡ ਉਹ ਰਿਸਰਚਸ ਹੈ ਬਟ ਤੁਹਾਨੂੰ ਸ਼ੋ ਨਹੀਂ ਹੋ ਰਹੀ ਬਿਕਾਜ਼ ਤੁਹਾਡਾ ਇੰਟਰਸਟ ਨਹੀਂ ਹੈ ਕਿਸੇ ਦਾ। ਤਾਂ ਅਗਰ ਆਪਣੇ ਇੰਡੀਆ 'ਚ ਨਹੀਂ ਹੋ ਰਹੀ ਤਾਂ ਫੰਡਿੰਗਸ ਨਹੀਂ ਹੈ। ਅਗਰ ਕੋਈ ਮੈਂ ਕੰਪਨੀ ਨਾਲ ਕੋਈ MR ਨਾਲ ਗੱਲ ਕਰਾਂ, ਉਹਨਾਂ ਦਾ ਇੱਕੋ ਹੀ ਆਨਸਰ ਹੈ ਜੀ ਰਿਸਰਚਸ ਹੋ ਰਹੀਆਂ ਬਟ ਜਰਮਨ ਦੇ ਵਿੱਚ ਹੋ ਰਹੀਆਂ, ਤਾਂ ਵਾਈ ਨਾਟ ਇਨ ਇੰਡੀਆ? ਆਪਾਂ ਇੰਡੀਆ 'ਚ ਕਿਉਂ ਰਿਸਰਚਸ ਨਹੀਂ ਕਰ ਰਹੇ ਹਾਂ? ਇਹ ਤਾਂ ਸਰ ਬਹੁਤ ਇੱਕ ਸੈਂਸਿਟਿਵ ਪੁਆਇੰਟ ਹੋ ਗਿਆ। ਇਹ ਤਾਂ ਤੁਸੀਂ ਇਕੋਨਮੀ ਜੋ ਵੀ ਲਾਓਗੇ ਇਹ ਤਾਂ ਬਹੁਤ ਸੈਂਸਿਟਿਵ ਨਹੀਂ, ਬਟ ਮੈਂ ਡਾਕਟਰ ਸਾਹਿਬ ਤੁਹਾਡੇ ਨਾਲ ਇਸ ਚੀਜ਼ ਨਾਲ ਤਾਂ ਸਹਿਮਤ ਹਾਂ ਕਿ ਹਾਂ ਰਿਸਰਚਿਸ ਇੱਥੇ ਘੱਟ ਹੋ ਰਹੀਆਂ ਹੈਗੀਆਂ, ਬਟ ਇਹ ਨਾ ਇੱਕ ਕਾਈਂਡ ਆਫ ਇੱਕ ਟੈਬੂ ਕਹਿ ਲਓ ਜਾਂ ਇੱਕ ਦਿਮਾਗ 'ਚ ਬੈਠਿਆ ਹੋਇਆ ਲੋਕਾਂ ਦੇ। ਸਰ ਫੰਡਿੰਗ ਨਹੀਂ ਹੈ ਨਾ। ਨਹੀਂ, ਉਹਨਾਂ ਦੇ ਲੋਕਾਂ ਦੇ ਦਿਮਾਗ ਵਿੱਚ ਵੀ ਬੈਠਿਆ ਹੋਇਆ ਕਿ ਜਸਟ ਇਹ ਇੱਕ ਪੂਅਰ ਕੰਟਰੀਜ਼ ਮੈਡੀਸਨ ਹੈ। ਮੀਨਸ ਜਿਸ ਤਰ੍ਹਾਂ ਮੈਂ ਦੇਖਿਆ ਕਿ ਜੇ ਹੁਣ ਮੇਰੇ ਇੱਕ ਦੋ ਦੋਸਤ ਨੇ ਜਿਹੜੇ ਮੈਨੂਫੈਕਚਰਿੰਗ ਕਰਦੇ ਨੇ ਇਹਨਾਂ ਮੈਡੀਸਨਸ ਦੀ, ਉਹਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇੰਟਰਨੈਸ਼ਨਲ ਐਕਸਪੋਰਟ ਕਰਨੀ ਹੈ ਆਪਣੀਆਂ ਮੈਡੀਸਨਸ, ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਅਪਰੋਚ ਕੀਤਾ ਉਹ ਅਫਰੀਕਨ ਕੰਟਰੀਜ਼ ਨੇ ਕੀਤਾ ਦਾ। ਸੈਕੰਡਲੀ ਜਿਸ ਤਰ੍ਹਾਂ ਹੁਣ ਬਿਲੋ ਪਾਵਰਟੀ ਲਾਈਨ ਹੁੰਦੇ ਨੇ ਜਾਂ ਜਿੱਦਾਂ ਹੁੰਦੇ ਨੇ ਨਾ, ਉਸ 'ਚ ਇਹ ਚੀਜ਼ ਆ ਜਾਂਦੀ। ਦੂਸਰੀ ਚੀਜ਼ ਡਾਕਟਰ ਸਾਹਿਬ ਮੈਂ ਇਹ ਵੀ ਪੁੱਛਣੀ ਚਾਹੁੰਦਾ ਵੀ ਜਿਵੇਂ ਮੈਂ ਕਾਫੀ ਸਾਲ ਕੈਨੇਡਾ 'ਚ ਲਾਏ ਨੇ, ਅਤੇ ਮੈਂ ਉੱਥੇ ਦੇਖਿਆ ਕਿ ਜਿਹੜੇ ਉਹਨਾਂ ਦੇ ਰੈਕਸ ਹੁੰਦੇ ਨੇ ਮੈਡੀਕਲ ਸਟੋਰਸ ਦੇ, ਫਾਰਮੇਸੀ ਦੇ, ਉਹਨਾਂ ਵਿੱਚ ਜਸਟ ਬੱਚਿਆਂ ਦੇ ਕਫ ਸਿਰਪ ਜਾਂ ਹੋਰ ਇਹੋ ਜਿਹਾ ਕੁਛ ਹੀ ਹੁੰਦਾ ਹੈ, ਬਟ ਮੋਸਟਲੀ ਪ੍ਰੈਫਰ ਕਰਦੇ ਨੇ ਕਿ ਦੂਸਰੇ ਐਲੋਪੈਥਿਕ ਹੋਣ। ਤਾਂ ਇੱਕ ਇਸ ਦੇ ਨਾਲ ਵੀ ਦੋ ਚੀਜ਼ਾਂ, ਚਲੋ ਤੁਹਾਡੇ ਦੱਸਣ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਕਿ ਇਸ ਤਰ੍ਹਾਂ ਫੀਲ ਹੁੰਦਾ ਕਿ ਜੇ ਉਹ ਬੱਚਿਆਂ ਲਈ ਕਫ ਸਿਰਪ ਹੋਮਿਓਪੈਥਿਕ ਰੱਖੇ ਜਾ ਰਹੇ ਨੇ, ਦੈਟ ਮੀਨਸ ਦੇ ਆਰ ਦ ਮੋਸਟ ਸੇਫ ਥਿੰਗ, ਐਗਜ਼ੈਕਟਲੀ, ਹੈ ਨਾ। ਤੇ ਬਟ ਇਹ ਹੈ ਕਿ ਉਹੀ ਚੀਜ਼ ਆ ਜਾਂਦੀ ਹੈ ਕਿ ਉੱਥੇ ਵੀ ਨਾ ਮੈਨੂੰ ਇਹ ਲੱਗਿਆ ਵੈਸਟ ਵਿੱਚ ਤਾਂ ਬਹੁਤ ਰੇਅਰ ਆਫ ਦਾ ਰੇਅਰੈਸਟ ਹੀ ਕਿਤੇ ਹੋਮਿਓਪੈਥੀ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ। ਹਾਂ, ਕੁਝ ਆਪਣੇ ਇੰਡੀਅਨ ਜਿਹੜੇ ਹੈਗੇ ਨੇ ਜਿਹੜੇ ਰਹਿ ਰਹੇ ਨੇ ਉੱਥੇ, ਦੇ ਯੂਜ਼ ਟੂ ਡੂ ਦੈਟ। ਤੋ ਮੈਨੂੰ ਥੋੜ੍ਹਾ ਜਿਹਾ ਇਸ 'ਚ ਤੁਹਾਨੂੰ ਮੈਂ ਇੱਕ ਸਵਾਲ ਹੀ ਪੁੱਛਣਾ ਚਾਹੂੰਗਾ ਕਿ ਇਸ ਦੀ ਐਕਸਪੈਂਸ਼ਨ ਚਲੋ ਆਪਾਂ ਮੰਨ ਲੈਂਦੇ ਹਾਂ ਇੰਡੀਆ ਵਿੱਚ ਨਹੀਂ ਹੋ ਰਹੀ ਕਿਉਂਕਿ ਆਪਣੇ ਕੰਟਰੀ ਦੀਆਂ ਗਵਰਨਮੈਂਟਸ ਦਾ ਕੋਈ ਇੰਟਰਸਟ ਨਹੀਂ ਹੈ ਇਸ 'ਚ, ਹੈ ਨਾ। ਮੇ ਬੀ ਕੁਛ ਕੱਟਸ ਜਾਂ ਫੰਡਿੰਗ ਆ ਜਾਂਦੀ ਹੈ, ਬਟ ਬਾਹਰਲੇ ਕੰਟਰੀਜ਼ ਵਿੱਚ ਵੀ ਕਿਉਂ ਨਹੀਂ ਹੋ ਰਿਹਾ ਇੱਦਾਂ? ਹੋ ਰਹੀ ਹੈ ਸਰ, ਬਾਹਰ ਦੀ ਕੰਟਰੀਜ਼ ਕਿਉਂ ਨਹੀਂ ਹੋ ਰਿਹਾ? ਤੁਸੀਂ ਉਹ ਦੇਖੋ ਨਾ, ਜਿਹੜਾ ਇੰਸਟੀਟਿਊਟ ਹੈ ਹੋਮਿਓਪੈਥੀ ਰਿਸਰਚ ਇੰਸਟੀਟਿਊਟ UK ਬੇਸਡ ਹੈ, ਉੱਥੇ ਹਰ ਵਾਰੀ ਰਿਸਰਚ ਹੁੰਦੀ ਹੈ, ਹਰ ਟਾਈਮ ਰਿਸਰਚਸ ਹੁੰਦੀਆਂ ਨੇ, ਬਟ ਉਹ ਸਾਡੇ ਕੋਲ ਨਹੀਂ ਪਹੁੰਚਦੀ ਬਿਕਾਜ਼ ਤੁਸੀਂ ਉਸ ਚੀਜ਼ ਦੇ ਤੁਹਾਨੂੰ ਕੁਛ ਇੰਟਰਸਟ ਨਹੀਂ ਹੈ ਤੁਹਾਨੂੰ ਉਸ ਚੀਜ਼ ਦਾ। ਅਗਰ ਮੈਂ ਇੱਕ ਹੋਮਿਓਪੈਥਿਕ ਡਾਕਟਰ ਹਾਂ, ਪ੍ਰੈਕਟੀਸ਼ਨਰ ਹਾਂ, ਤਾਂ ਮੈਂ ਓਬਵੀਅਸਲੀ ਦੇਖਦੀ ਹਾਂ ਉਸ ਚੀਜ਼ ਨੂੰ, ਤਾਂ ਮੇਰੇ ਲਈ ਰਿਸਰਚਸ ਹੋ ਰਹੀਆਂ ਨੇ, ਬਟ ਇਨ ਇੰਡੀਆ ਨਹੀਂ ਹੋ ਰਹੀ। ਹੋਮਿਓਪੈਥੀ ਦੀ ਜਿਹੜੀ ਅਪੋਰਚੁਨਿਟੀਜ਼ ਨੇ ਉਹ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਐਜ਼ ਕੰਪੈਰੇਟਿਵਲੀ। ਸਾਊਥ ਦੇ ਵਿੱਚ ਜਾਓਗੇ, ਹਰ 2 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਹੋਮਿਓਪੈਥੀ ਪ੍ਰੈਕਟੀਸ਼ਨਰ ਮਿਲੇਗਾ। ਉੱਥੇ ਕੋਈ ਵੀ ਬਹੁਤ ਘੱਟ ਲੋਕ ਉੱਥੇ ਐਲੋਪੈਥੀ ਪ੍ਰੈਕਟਿਸ ਕਰਦੇ ਨੇ ਜਾਂ ਲੈਂਦੇ ਨੇ ਐਲੋਪੈਥੀ। ਤੇ ਓਬਵੀਅਸਲੀ ਤੁਹਾਨੂੰ ਪੰਜਾਬ ਦੀ ਜੋ ਅਪੋਰਚੁਨਿਟੀਜ਼ ਹੀ ਨਹੀਂ ਹੈ, ਤੁਸੀਂ ਆਪਣਾ ਕਲੀਨਿਕ ਖੋਲ੍ਹ ਕੇ ਬੈਠੇ ਹੋ ਸਭ ਕੁਝ, ਐਂਡ ਓਬਵੀਅਸਲੀ ਅਗਰ ਤੁਹਾਡੇ ਕੋਲ ਇੱਕ ਪੇਸ਼ੈਂਟ ਆ ਰਿਹਾ ਹੈ ਤਾਂ ਤੁਹਾਡੇ ਇਫੈਕਟਸ ਨੇ ਤਦ ਹੀ ਆ ਰਹੇ ਹੈ, ਤੁਸੀਂ ਉਹਨੂੰ ਕਿਵੇਂ ਆਪਣੇ ਕੋਲ ਖਿੱਚ ਕੇ ਥੋੜੀ ਨਾ ਲਿਆ ਰਹੇ ਹੋ। ਅਗਰ ਤੁਹਾਡੇ ਰਿਜ਼ਲਟਸ ਨੇ, ਤੁਹਾਡੇ ਕੋਲ ਰਿਸਰਚ ਪੇਪਰਸ ਨੇ, ਤੁਸੀਂ ਇੱਕ ਪ੍ਰੈਕਟੀਸ਼ਨਰ ਦੇ ਰਿਸਰਚ ਪੇਪਰ ਆਪਣੇ ਫੋਲੋ ਕਰ ਰਹੇ ਹੋ, ਸਭ ਕਰ, ਤਾਂ ਕੋਲ ਪੇਸ਼ੈਂਟ ਆ ਰਹੇ ਨੇ, ਤੁਹਾਡੇ ਕਰਕੇ ਹੀ ਆ ਰਹੇ ਨੇ। ਹੁਣ ਤੁਸੀਂ ਅਗਰ ਤੁਹਾਨੂੰ ਕੋਈ ਚੀਜ਼ ਫਰਕ ਪਏਗੀ, ਤੁਸੀਂ ਤਦ ਹੀ ਮੇਰੇ ਕੋਲ ਆਓਗੇ ਕਿ ਇੱਦਾਂ ਹੀ ਆ ਕੇ ਆਪਣੇ ਪੈਸੇ ਉਡਾ ਕੇ ਚਲੇ ਜਾਓਗੇ? ਓਬਵੀਅਸਲੀ ਜੇ ਫਰਕ ਹੋਊਗਾ ਤੇ ਓਬਵੀਅਸਲੀ ਇਟਸ, ਹੁਣ ਕਈ ਪੋਡਕਾਸਟਰਸ ਇੱਦਾਂ ਨੇ ਕਿ ਜਿਹਦੇ ਵਿੱਚ ਕਹਿੰਦੇ ਨੇ ਕਿ ਭਾਈ मतलब यू कैन से ना कि जो मर्जी कहो, एलोपैथी वाले के पास जाओ तो वो कहता है आपकी उंगली काटनी पड़ेगी, भाई होम्योपैथी वाले के पास जाओ 4 गोली देते, वो कभी ज़िंदगी में वो दोबारा चीज़ होती नहीं है। जो मर्जी बोलो, बट क्यों नहीं होती? अगर उसका एक रिसर्च नहीं है दैन वी आर रिस्पॉन्सिबल ना फॉर दैट। अगर एक होम्योपैथिक रेजोनेटिक बेस्ड रिसर्च है, किद्दां डाइल्यूशनस काम कर रही ने, रेजोनेंस एनर्जी काइनेटिक थ्योरी जिहड़ी हैगी, अगर वो सानू नहीं पता कि आपां किवें कह दांगे? ਉਹ ਤਾਂ ਤੁਸੀਂ ਜੋ ਮਰਜ਼ੀ ਬੋਲੀ ਜੋ, ਹਾਂਜੀ ਕਿ ਤੁਸੀਂ ਇੱਧਰੋਂ ਸੁਣਿਆ ਇੱਧਰੋਂ ਕੱਢਿਆ, ਤੁਹਾਡੀ ਉਹ ਤਾਂ ਤੁਹਾਡੀ ਜਜਮੈਂਟ ਹੈ ਨਾ ਕਿ ਤੁਸੀਂ ਕਿੱਦਾਂ ਜੱਜ ਕਰ ਰਹੇ ਹੋ ਉਸ ਚੀਜ਼ ਨੂੰ। ਬਿਲਕੁਲ ਠੀਕ ਹੈ ਤੁਸੀਂ। ਤੇ ਮੈਂ ਥੋੜ੍ਹਾ ਜਿਹਾ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਿਸ ਤਰ੍ਹਾਂ ਐਲੋਪੈਥੀ ਵਿੱਚ ਸਪੈਸ਼ਲਿਸਟ ਹੁੰਦੇ ਨੇ, ਕੋਈ ਨੱਕ ਅੱਖ ਕੰਨ ਦੇ ਸਪੈਸ਼ਲਿਸਟ, ਕੀ ਹੋਮਿਓਪੈਥੀ ਵਿੱਚ ਵੀ ਇਸ ਤਰ੍ਹਾਂ ਸਪੈਸ਼ਲਾਈਜੇਸ਼ਨਸ ਹੁੰਦੀ? ਸ਼ੁਰੂ ਹੋ ਗਈ ਸਰ ਇੰਡੀਆ ਦੇ ਵਿੱਚ ਵੀ ਹੁਣ ਦੀ DMs ਵੀ ਸ਼ੁਰੂ ਹੋ ਗਈਆਂ ਨੇ, ਬਟ ਉਹਦੇ ਲਈ ਤੁਹਾਨੂੰ MD ਕਰਨੀ ਪਏਗੀ। ਜਿਵੇਂ ਮੈਂ ਤਾਂ ਸਰਟੀਫਿਕੇਟ ਕੋਰਸਿਸ ਪਲੱਸ ਫੈਲੋਸ਼ਿਪ ਕੀਤੀਆਂ ਨੇ, ਮੈਂ ਇੰਡੀਆ ਤੋਂ ਨਹੀਂ ਕੀਤੀ, ਮੈਂ UK ਵਗੈਰਾ ਤੋਂ ਕੀਤੀਆਂ ਨੇ। ਤੇ ਇੰਡੀਆ ਵਿੱਚ ਵੀ ਸ਼ੁਰੂ ਹੋ ਗਈ ਐਂਡ ਬਹੁਤ ਅੱਛੀ ਅਪੋਰਚੁਨਿਟੀ ਹੈ ਉੱਥੇ। ਤੁਹਾਨੂੰ ਸਟਾਈਪੈਂਡ ਵੀ ਬਹੁਤ ਗੁੱਡ ਸਟਾਈਪੈਂਡ ਮਿਲ ਰਿਹਾ, 1 ਲੱਖ ਪਲੱਸ ਤੁਹਾਨੂੰ ਸਟਾਈਪੈਂਡ ਮਿਲ ਰਿਹਾ ਉੱਥੇ ਗਵਰਨਮੈਂਟ ਉਧਰ, ਤੇ ਤੁਸੀਂ ਜ਼ਰੂਰ ਇਹਨੂੰ ਆਪਟ ਕਰ ਸਕਦੇ। ਇਹ ਸਾਊਥ ਸਾਈਡ ਚੱਲਦਾ? ਐਗਜ਼ੈਕਟਲੀ ਜੀ। ਓਕੇ। ਤੇ ਬਾਕੀ ਹਰ ਸਾਈਡ ਹੀ ਹੈ, ਪੰਜਾਬ ਦੇ ਵਿੱਚ ਨਹੀਂ ਹੈ, ਆਊਟ ਆਫ ਪੰਜਾਬ ਜੈਪੁਰ ਵਗੈਰਾ ਹਰ ਸਾਈਡ ਹੈ।
ਤੇ ਮੈਨੂੰ ਤੁਸੀਂ ਥੋੜਾ ਜਿਹਾ ਮੈਂ ਪੁੱਛਣਾ ਚਾਹੂੰਗਾ ਵੀ ਤੁਸੀਂ ਕਿਸ ਚੀਜ਼ ਸਪੈਸ਼ਲਾਈਜੇਸ਼ਨ ਕੀਤੀ ਹੈ? ਮੇਰੀ ਸਰ ਡਾਇਬਟੋਲੋਜੀ, ਹਾਲੇ ਮੈਂ ਇਸਦੀ PhD ਕਰਨੀ ਹੈ ਤੇ ਹਾਲੇ ਇਸ 'ਚ ਤੁਸੀਂ ਆਈ ਐਮ ਨਾਟ ਪ੍ਰੀਟੀ ਮਚ ਸ਼ੋਰ ਕਿ ਤੁਸੀਂ ਕਿਸ ਤਰ੍ਹਾਂ ਤੁਸੀਂ ਐਕਸਟਰਾ ਕੀ ਕਰਦੇ ਹੋ ਇਹਦੇ ਵਿੱਚ? ਜੇ ਕੋਈ ਡਾਇਬਟਿਕ ਪੇਸ਼ੈਂਟ ਆਉਂਦਾ ਤੁਸੀਂ ਕਿਸ ਤਰ੍ਹਾਂ ਉਹਨੂੰ ਹੀਲ ਕਰਦੇ ਹੋ? ਹਾਂ, ਸਭ ਤੋਂ ਪਹਿਲਾਂ ਤਾਂ ਜਿਵੇਂ ਡਾਇਬਟਿਕ ਪੇਸ਼ੈਂਟ ਹੈ ਉਹਦੇ ਪਹਿਲਾਂ ਤੁਸੀਂ ਸਾਰੀ ਰਿਸਰਚ ਹਿਸਟਰੀ ਕੱਢੋ ਕਿ ਉਹਦਾ ਪਾਸਟ। ਮੈਂ ਇੰਟਰਪਟ ਕਰ ਰਿਹਾ ਵੀ ਇਸ 'ਚ ਕੀ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਕੋਈ ਡਾਇਬਟਿਕ ਪੇਸ਼ੈਂਟ ਹੈ ਉਹ ਪਰਮਾਨੈਂਟ ਹੀਲ ਹੋ ਜਾਂਦਾ ਜਾਂ ਉਹਨੂੰ ਕੰਟੀਨਿਊਸ ਉਸ ਟਾਈਮ ਮੈਡੀਸਨ ਲੈਣੀ ਪੈਂਦੀ? ਸਰ ਮੈਨੂੰ ਨਹੀਂ ਪਤਾ, ਬਟ ਮੇਰੇ ਕੋਲ ਬਹੁਤ ਪੇਸ਼ੈਂਟ ਐਸੇ ਨੇ ਜਿਨ੍ਹਾਂ ਦੀ HbA1c 7 ਤੋਂ ਲੈ ਕੇ ਹੁਣ 4.9 ਤੇ ਆ ਗਈ ਐਂਡ 4 ਮਹੀਨੇ ਹੋ ਗਏ 4.9 ਤੇ ਹੀ ਚੱਲ ਰਹੇ ਤੇ ਉਹਨਾਂ ਨੂੰ ਕੋਈ ਨਾ ਐਲੋਪੈਥੀ ਦੇ ਰਹੀ ਨਾ ਹੋਮਪੈਥੀ ਦੇ ਰਹੀ ਹੈ। ਪਹਿਲਾਂ ਐਲੋਪੈਥੀ ਜਿਹੜੀ ਡੋਜ਼ੇਜ ਹੁੰਦੀਆਂ ਮੈਟਫੋਰਮਿਨ, ਗਲਿਮੀਪੇਰਾਈਡ, ਸਿਟਾਗਲਿਪਟਿਨ, ਪਾਇਓ, ਇਹ ਸਾਰੀ ਡੋਜ਼ੇਜ ਉਹਨਾਂ ਦੀ ਬਹੁਤ ਜ਼ਿਆਦਾ ਚੱਲ ਰਹੀਆਂ ਹੁੰਦੀਆਂ। ਹਾਂ, ਮੈਂ ਐਗਜ਼ੈਕਟਲੀ ਇਹੀ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ। ਜਿਸ ਤਰ੍ਹਾਂ ਸਾਈਡ ਇਫੈਕਟਸ ਆਪਾਂ ਗੱਲ ਕੀਤੀ ਹੈ ਕਿ ਐਲੋਪੈਥੀ ਦੇ ਹੁੰਦੇ ਨੇ, ਤਾਂ ਮੈਂ ਦੇਖਿਆ ਜਿਹੜੇ ਸ਼ੂਗਰ ਪੇਸ਼ੈਂਟਸ ਨੇ ਉਹਨਾਂ ਦੀ ਨਾ ਇੱਕ ਬੋਡੀ ਵੀਕਨੈਸ ਆ ਜਾਂਦੀ ਹੈ ਤੇ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ। ਬਟ ਯੂ ਮੀਨ ਟੂ ਸੇ ਕਿ ਜੇ ਤੁਸੀਂ ਆਪਾਂ ਕੋਈ ਬੰਦਾ ਇਸ ਨੂੰ ਆਪਟ ਕਰਦਾ ਹੈ ਤਾਂ ਉਹਨੂੰ ਉਹ ਸਾਰੀ ਮੈਡੀਸਨ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਹਿੰਦੀ ਅਗਰ ਕੋਈ ਡਾਇਬਟਿਕ ਪੇਸ਼ੈਂਟ ਆਉਂਦਾ ਪਲੀਜ਼ ਆਪਣੀ ਗੋਲੀ ਛੱਡ ਕੇ ਹੋਮਪੈਥੀ ਆਪਟ ਕਰੋ। ਜਿੱਦਾਂ ਦੀ ਜਿਸ ਦੀ ਸਾਈਕੀ ਹੈ ਉੱਦਾਂ ਹੀ ਕੰਮ ਕਰੇ। ਜੋ ਮੇਰਾ ਇੱਕ ਵੇ ਹੈ, ਮੇਰਾ ਇਹ ਵੇ ਹੈ ਕਿ ਪਹਿਲਾਂ ਐਲੋਪੈਥੀ ਪਲੱਸ ਹੋਮਪੈਥੀ ਚਲਾਓ, ਉਸ ਤੋਂ ਬਾਅਦ ਸਲੋ ਕਰਕੇ ਤੁਸੀਂ ਐਲੋਪੈਥੀ ਨੂੰ ਘੱਟ ਕਰਦੇ ਜਾਓ। ਅਗਰ ਤੁਹਾਡੇ ਗਲਿਮੀਪੇਰਾਈਡ ਮੈਟਫੋਰਮਿਨ 2 mg ਗਲਿਮੀਪੇਰਾਈਡ ਚੱਲ ਰਹੀ ਹੈ, ਮੈਟਫੋਰਮਿਨ 1000 mg ਚੱਲ ਰਹੀ ਹੈ, ਟਵਾਈਸ ਅ ਡੇ ਚੱਲ ਰਹੀ ਹੈ, ਉਹਨੂੰ ਰਾਤ ਵਾਲੀ ਨੂੰ ਆਲਟਰਨੇਟਲੀ ਕਰ ਲਓ। ਉਹਦੇ ਨਾਲ ਤੁਸੀਂ ਹੋਮਪੈਥੀ ਨਾਲ ਐਡ ਕਰਨੀ ਸ਼ੁਰੂ ਕਰੋ। ਉਹਦੇ ਨਾਲ ਕੀ ਹੁੰਦਾ ਤੁਹਾਡੀ ਸਲੋ ਬਾਏ ਸਲੋ ਤੁਹਾਡੀ ਰਿਵਰਸ ਵੀ ਹੋਣੀ ਸ਼ੁਰੂ ਹੁੰਦੀ ਉਹ ਚੀਜ਼। ਡਾਇਬਟੀਜ਼ ਇਜ਼ ਆਲਵੇਜ਼ ਰਿਮਿਸ਼ਨ, ਇਟਸ ਨੈਵਰ ਅ ਰਿਵਰਸਲ ਕਿ ਤੁਸੀਂ ਇਹਨੂੰ ਕਦੀ ਖਤਮ ਨਹੀਂ ਕਰ ਸਕਦੇ ਹੋ, ਕਦੀ ਵੀ ਤੁਹਾਡੇ ਕੋਲ ਬੈਕ ਆ ਸਕਦੀ ਹੈ। ਤੁਹਾਨੂੰ ਆਪਣਾ ਲਾਈਫ ਸਟਾਈਲ ਹੀ ਠੀਕ ਰੱਖਣਾ ਪਵੇਗਾ। ਤੁਸੀਂ ਹੋਮਿਓਪੈਥੀ ਵੀ ਖਾ ਰਹੇ ਹੋ ਤਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਇਜ਼ ਅ ਮਸਟ ਫॉर एवरीथिंग। ਬਟ ਆਈ ਬਿਲੀਵ ਕਿ ਬੈਟਰ ਹੈ ਕਿ ਕਿਉਂਕਿ ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟਸ ਤਾਂ ਹੈ ਨਹੀਂ। ਜੇ ਤੁਸੀਂ ਕੰਟੀਨਿਊਟੀ ਕਰਨੀ ਵੀ ਹੈ ਤਾਂ ਇਹਦੀ ਮੈਡੀਸਿਨ ਹੋਮਿਓਪੈਥੀ ਅਗਰ ਤੁਸੀਂ ਗਲਤ ਖਾ ਰਹੇ ਹੋ, ਫॉर ਬਹੁਤ ਟਾਈਮਲੀ ਗਲਤ ਖਾ ਰਹੇ ਹੋ, ਕੋਈ ਪੋਟੈਂਸੀ ਗਲਤ ਖਾ ਰਹੇ ਹੋ, ਕੋਈ ਮੈਡੀਕੇਸ਼ਨ ਗਲਤ ਖਾ ਰਹੇ ਹੋ ਕਿ ਉਹ ਤੁਹਾਨੂੰ ਕੈਂਸਰ ਵੀ ਕਰ ਸਕਦੀ ਹੈ। ਐਂਡ ਇਸ ਦਾ ਕੇਸ ਵੀ ਮੈਂ ਦੇਖਿਆ। ਤੁਸੀਂ ਕੋਈ ਵੀ ਹੋਮਿਓਪੈਥੀ ਦਵਾਈ ਅਗਰ ਗਲਤ ਖਾ ਰਹੇ ਹੋ, ਬਹੁਤ ਟਾਈਮ ਲਈ ਖਾ ਰਹੇ ਹੋ, ਉਹ ਤੁਹਾਨੂੰ ਟਿਊਮਰਸ ਤੁਹਾਡਾ ਗਰੋਥ ਕਰ ਦਿੰਦੀ ਹੈ। ਕਿਉਂਕਿ ਮੇਰੀ ਇਟਸ ਮਾਈ ਪ੍ਰੈਕਟਿਸ, ਜਿਹੜਾ ਮੈਂ ਆਪਣੀ ਕਲੀਨਿਕਲ ਪ੍ਰੈਕਟਿਸ ਦੇ ਵਿੱਚ ਇਹ ਚੀਜ਼ ਦੇਖੀ ਹੈ ਕਿ ਕੋਈ ਚੀਜ਼ ਅਗਰ ਕਿਸੇ ਟਾਈਮ ਤੋਂ ਕਿਸੇ ਚੱਲ ਰਹੀ ਹੈ, ਇੱਦਾਂ ਦਾ ਕੁਝ ਨਹੀਂ ਹੈ ਕਿ ਸਾਈਡ ਇਫੈਕਟਸ ਨਹੀਂ ਹੈ। ਹਰ ਚੀਜ਼ ਦੀ ਲਿਮਿਟੇਸ਼ਨਸ ਹੁੰਦੀਆਂ ਨੇ। ਹੋਮਿਓਪੈਥੀ ਦੀ ਵੀ ਹੈ, ਐਲੋਪੈਥੀ ਦੀ ਵੀ ਹੈ, ਆਯੁਰਵੈਦਿਕ ਦੀ ਵੀ ਹੈ। ਓਕੇ, ਇਸ ਤੋਂ ਇਲਾਵਾ ਤੁਸੀਂ ਜਿਹੜੀ ਕੋਈ ਸਪੈਸ਼ਲਾਈਜੇਸ਼ਨ ਹੋਵੇ ਤੁਹਾਡੀ ਕਿਸ ਫੀਲਡ 'ਚ? ਜਿਸ ਤਰ੍ਹਾਂ ਡਾਇਬਟੀਜ਼, PCOD, ਥਾਇਰਾਇਡ। ਓਕੇ, ਤੇ ਜਿਵੇਂ ਥਾਇਰਾਇਡ ਜਾਂ PCOD ਜਿਹੜੀਆਂ ਵੂਮਨਸ ਨੂੰ ਪ੍ਰੋਬਲਮ? PCOD ਦੇ ਮੈਂ 100+ ਕੇਸਿਸ ਕਿਉਰ ਕਰ ਚੁੱਕੀ ਹਾਂ ਇਸ ਟਾਈਮ। ਓਕੇ, ਤੇ ਐਂਡ ਇਹ ਪਰਮਾਨੈਂਟ ਕਿਉਰ ਹੋਇਆ ਉਹਨਾਂ ਦਾ? ਹਾਂ ਪਰਮਾਨੈਂਟ ਕਿਉਰ ਹੈ। ਥਾਇਰਾਇਡ ਦਾ ਕਿਸ ਤਰ੍ਹਾਂ ਹੈ? ਮੈਨੂੰ ਥਾਇਰਾਇਡ ਮੈਂ ਬਹੁਤ ਲੋਕਾਂ ਥਾਇਰਾਇਡ ਇਜ਼ ਲਾਈਕ ਮੈਟਾਬੋਲਿਕ ਡਿਸਆਰਡਰ। ਤੁਸੀਂ ਥਾਇਰਾਇਡ ਅਗਰ ਤੁਹਾਨੂੰ ਹੋ ਗਿਆ, ਤੁਹਾਡਾ TSH ਵੱਧ ਗਿਆ ਜਾਂ ਕੁਝ ਹੋ ਗਿਆ, ਹਾਈਪੋਥਾਇਰਾਇਡਿਜ਼ਮ, ਹਾਈਪਰਥਾਇਰਾਇਡਿਜ਼ਮ, ਐਲੋਪੈਥੀ ਦੇ ਵਿੱਚ ਉਹ ਤੁਹਾਨੂੰ ਇੱਕ ਥੈਰੇਪੀ 'ਤੇ ਲਗਾ ਦੇਣਗੇ, ਹਾਰਮੋਨਲ ਥੈਰੇਪੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਚਲੋ ਤੁਹਾਡਾ T4 ਘੱਟ ਹੈ ਤਾਂ ਉਹਨੂੰ ਤੁਸੀਂ ਆਪਣੀ ਗੋਲੀ ਖਾਂਦੇ ਹੋ 50 mg ਦੀ, ਤਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਤੁਸੀਂ ਬਾਹਰੋਂ ਉਹਨੂੰ ਹਾਰਮੋਨ ਪ੍ਰੋਵਾਈਡ ਕਰ ਰਹੇ ਹੋ। ਠੀਕ ਹੈ, ਬਟ ਇਨ ਹੋਮਿਓਪੈਥੀ ਆਪਾਂ ਕੀ ਕਰਦੇ ਹਾਂ ਕਿ ਉਹੀ ਪੂਰੀ ਉਹਦੀ ਕੌਨਸਟੀਟਿਊਸ਼ਨ ਲੈ ਕੇ ਅਗਰ ਉਹਨੂੰ ਥਾਇਰਾਇਡ ਹੋਇਆ ਤਾਂ ਕੋਈ ਤਾਂ ਰੀਜ਼ਨ ਹੋਏਗਾ। ਇੱਦਾਂ ਥੋੜ੍ਹੀ ਜਲਦੀ ਕਿਸੇ ਨੂੰ ਵੀ ਥਾਇਰਾਇਡ ਹੋ ਜਾਏਗਾ। ਆਈਦਰ ਜੈਨੇਟਿਕ ਰੀਜ਼ਨ ਹੋਏਗਾ ਉਸਦਾ ਕੋਈ, ਜਾਂ ਉਹਦਾ ਕੋਈ ਮੈਟਾਬੋਲਿਕ ਰੀਜ਼ਨ ਹੋਏਗਾ, ਆਲਰੇਡੀ ਕੋਈ ਐਡਜਸਟੈਂਟ ਐਂਡੋਕਰਾਈਨ ਡਿਸਆਰਡਰ ਹੋਏਗਾ ਤਾਂ ਥਾਇਰਾਇਡ ਉਹਦਾ ਹੋਇਆ। ਤਾਂ ਤੁਸੀਂ ਉਹਨੂੰ ਚੀਜ਼ ਨੂੰ ਉਹਦੀ ਪੂਰੀ ਕੇਸ ਸਟੱਡੀ ਲੈ ਕੇ ਉਹਨੂੰ ਥਾਇਰਾਇਡ ਕਿਉਂ ਹੋਇਆ, ਉਹਦੇ ਰੀਜ਼ਨਸ ਕੀ ਸੀਗੇ, ਉਹਦੀ ਡਾਈਟਰੀ ਫੋਲੋਸ ਕੀ ਹੈ, ਉਹਦੇ ਡਾਈਟਰੀ ਬਿਲੀਵਸ ਕੀ ਹੈ, ਸਭ ਲੈ ਕੇ ਤੁਸੀਂ ਅੱਗੇ ਹੋਮਿਓਪੈਥੀ ਦੇ ਸਕਦੇ ਹੋ। ਐਂਡ ਮੇਰੇ ਕੋਲ ਤਾਂ ਕੇਸਿਸ ਸੀਗੇ ਕਿ 88 TSH ਤੋਂ ਵੀ 6 TSH ਹੋਇਆ ਹੋਮਿਓਪੈਥੀ ਮੈਡੀਸਿਨਸ ਨਾਲ। ਓਕੇ, ਇਸ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੂੰਗਾ ਕਿ ਕੀ ਬਾਹਰ ਦੀਆਂ ਰਿਸਰਚਸ ਵਿੱਚ ਇਹ ਚੱਲ ਰਿਹਾ ਹੈ ਕਿ ਕਿਤੇ ਸਰਜਰੀਜ਼ ਜਾਂ ਕੁਝ ਹੋ ਰਹੀਆਂ ਹੋਮਿਓਪੈਥੀ 'ਚ? ਨਹੀਂ, ਹੋਮਿਓਪੈਥੀ ਸਰਜਰੀ ਬੇਸਡ ਨਹੀਂ ਹੈ। ਓਕੇ, ਹੋਮਿਓਪੈਥੀ ਦਾ ਸਾਡਾ ਨਾਮ ਜ਼ਰੂਰ ਹੈ BHMS, ਬੈਚਲਰਸ ਇਨ ਹੋਮਿਓਪੈਥੀ ਐਂਡ ਸਰਜਰੀ, ਬਟ ਹੋਮਿਓਪੈਥੀ ਇਜ਼ ਨੈਵਰ ਸਰਜਰੀ ਬੇਸਡ। ਕੋਈ ਸਰਜਰੀ ਨਹੀਂ ਹੁੰਦੀ ਇਸ ਦੇ ਵਿੱਚ। ਠੀਕ ਹੈ, ਬਟ ਇਹਦੇ ਵਿਦ ਨਾਮ ਦੇ ਵਿੱਚ ਹੈ, ਬਟ ਤੁਹਾਨੂੰ ਇਹਦਾ ਅਲੱਗ ਇੱਕ ਲਾਇਸੈਂਸ ਆਪਟ ਕਰਨਾ ਪੈਂਦਾ, ਬਟ ਇਹਦਾ ਕੋਈ ਲਾਇਸੈਂਸ ਹੈ ਨਹੀਂ ਹੈ। ਹੋਮਿਓਪੈਥੀ ਇਜ਼ ਨੈਵਰ ਸਰਜਰੀ ਬੇਸਡ। ਤੋ ਡਾਕਟਰ ਸਾਹਿਬ, ਤੁਸੀਂ ਸਾਡੇ ਕੋਲ ਆਏ, ਸਾਨੂੰ ਬਹੁਤ ਜ਼ਿਆਦਾ ਵਧੀਆ ਨੌਲੇਜੇਬਲ ਚੀਜ਼ਾਂ ਦਿੱਤੀਆਂ, ਤੇ ਇੱਕ ਲਾਸਟ ਵਿੱਚ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਤੁਸੀਂ ਕੀ ਕਹਿੰਦੇ ਹੋ ਕਿ ਰਿਕਮੈਂਡੇਸ਼ਨ ਕਿਸ ਤਰ੍ਹਾਂ ਦਿੰਦੇ ਹੋ ਕਿ ਹਾਂ ਤੁਸੀਂ ਇੰਸਟੈਡ ਆਫ ਗੋਇੰਗ ਵਿਦ ਐਲੋਪੈਥੀ ਵੀ ਸ਼ੁੱਡ ਗੋ ਵਿਦ ਹੋਮਿਓਪੈਥੀ? ਸਰ, ਆਈ ਐਮ ਨੋ ਵਨ ਜਿਹੜੇ ਮੈਂ ਕਹਾਂ ਕਿ ਤੁਸੀਂ ਐਲੋਪੈਥੀ ਛੱਡ ਕੇ ਹੋਮਿਓਪੈਥੀ ਜਾਓ। ਤੁਸੀਂ ਇਸਦੇ ਖੁਦ ਨੁਕਸਾਨ ਦੇਖੋ ਨਾ।
ਤੁਸੀਂ ਖੁਦ ਹੀ ਰੱਬ ਹੋ ਨਾ ਆਪਣੇ ਵਿੱਚ। ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਅਗਰ ਤੁਹਾਨੂੰ ਕੋਈ ਚੀਜ਼ ਹੋ ਰਹੀ ਹੈ, ਤੁਸੀਂ ਉਹ ਚੀਜ਼ ਪੈਰਾਸੀਟਾਮੋਲ ਖਾ ਰਹੇ ਹੋ ਤਾਂ ਤੁਹਾਨੂੰ ਕੱਲ ਫੇਰ ਬੁਖਾਰ ਹੋ ਰਿਹਾ, ਤੁਸੀਂ ਫਿਰ ਪੈਰਾਸੀਟਾਮੋਲ ਖਾ ਲਈ, ਤੁਹਾਨੂੰ ਫਿਰ ਬੁਖਾਰ ਹੋ ਰਿਹਾ। ਡਾਕਟਰਸ ਤੁਹਾਨੂੰ ਦਿਨ ਦੇ 2 ਪੈਰਾਸੀਟਾਮੋਲ ਲਿਖ ਕੇ ਦੇ ਰਹੇ ਨੇ। ਲਾਈਕ ਤੁਸੀਂ ਡੋਲੋ ਤਾਂ ਦਿਖਾ, ਜਦੋਂ ਤੁਸੀਂ ਪੋਲੋ ਖਾ ਰਹੇ ਹੋ, ਕੋਵਿਡ ਦੇ ਵਿੱਚ ਇਹੀ ਚੱਲਿਆ ਸੀਗਾ, ਤਾਂ ਤੁਹਾਨੂੰ ਕਿੱਦਾਂ ਨੁਕਸਾਨ ਦੇਗੀ। ਕੋਵਿਡ ਦੇ ਇੰਜੈਕਸ਼ਨਸ ਤੋਂ ਬਾਅਦ ਤੁਹਾਨੂੰ ਕਿੰਨੇ ਕੋਵਿਡ ਦੇ ਇੰਜੈਕਸ਼ਨਸ ਤੋਂ ਬਾਅਦ ਤੁਸੀਂ ਕੈਂਸਰਾਈਜ਼ਿੰਗ ਕੇਸਿਸ ਦੇਖੇ ਕਿੰਨੇ ਨੇ? ਇੱਕ ਵਾਰੀ ਦੇਖੋ ਤਾਂ ਸਹੀ, ਉਹਦੇ ਰਿਸਰਚ ਕਰੋ, ਕੈਂਸਰਾਈਜ਼ਿੰਗ ਕੇਸਿਸ ਕਿੰਨੇ ਚੱਲ ਗਏ ਨੇ। ਹੁਣ ਤਾਂ ਗਵਰਨਮੈਂਟ ਕਹਿ ਰਹੀ ਹੈ ਜੀ ਹੁਣ ਅਸੀਂ ਰਿਸਪੌਂਸੀਬਲ ਨਹੀਂ ਹਾਂ ਕਿ ਤੁਸੀਂ ਇੰਜੈਕਸ਼ਨ ਲਗਾ ਰਹੇ, ਤੁਸੀਂ ਖੁਦ ਰਿਸਪੌਂਸੀਬਲ ਹੋ ਉਸ ਚੀਜ਼ ਲਈ। ਪਹਿਲਾਂ ਤਾਂ ਸਰਕਾਰ ਕਹਿ ਰਹੀ ਸੀ ਸਰਟੀਫਿਕੇਟ ਦਿਖਾਓਗੇ ਤਾਂ ਟਰੈਵਲ ਕਰਨ ਦੇਵਾਂਗੇ, ਠੀਕ ਹੈ। ਅਤੇ ਮੈਂ ਆਪਣੇ ਸਰ ਦੇ ਨਾਲ ਮਿਲ ਕੇ, ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹ ਆਸਟ੍ਰੇਲੀਅਨ ਡਾਕਟਰ ਸੀਗੇ, ਹੋਮਿਓਪੈਥੀ ਪ੍ਰੈਕਟੀਸ਼ਨਰ, ਅਤੇ ਉਹਨਾਂ ਦੇ ਨਾਲ ਮੈਂ ਇੱਕ ਦਿਨ ਦੇ ਵਿੱਚ ਘੰਟੇ 2 ਘੰਟੇ 90 ਕੇਸਿਸ ਵੀ ਕੋਵਿਡ ਦੇ ਵਿੱਚ ਦੇਖੇ ਨੇ। ਨਾ ਮੈਂ ਕੋਈ ਡੋਜ਼ ਲਗਵਾਈ, ਨਾ ਕੁਛ ਲਗਵਾਇਆ। ਤੁਹਾਡੇ ਸਾਹਮਣੇ ਮੈਂ ਅੱਜ ਵੀ ਬੈਠੀ ਹਾਂ, ਮੈਨੂੰ ਕੋਈ ਕੋਵਿਡ ਨਹੀਂ ਹੋਇਆ। ਮੈਂ ਤਾਂ ਕੋਈ ਡੋਜ਼ ਨਹੀਂ ਲਗਵਾਈ, ਨਾ ਕੋਈ ਫਰਸਟ, ਨਾ ਸੈਕਿੰਡ, ਨਾ ਬੂਸਟਰ। ਮੈਂ ਤਾਂ ਉੱਦਾਂ ਹੀ ਬੈਠੀ ਹਾਂ। ਮੇਰੀ ਇਮਿਊਨਿਟੀ ਤਾਂ, ਮੈਂ ਤਾਂ 90 ਕੇਸਿਸ ਜ਼ਿੰਦੇ ਦੇਖੇ ਨੇ ਕੋਵਿਡ ਦੇ। ਕੋਈ ਰੈਸਪੀਰੇਟਰੀ ਡਿਸਟਰੈਕਟ ਕੇਸਿਸ ਹੋ ਗਿਆ, ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਦਾ ਕੇਸਿਸ ਹੋ ਗਿਆ, ਤੁਹਾਡੀ ਆਕਸੀਜਨ ਘੱਟ ਗਈ, ਤੁਹਾਨੂੰ ਕੁਛ ਹੋ ਗਿਆ, ਬਹੁਤ ਕੇਸਿਸ ਨੇ ਇੱਦਾਂ, ਠੀਕ ਹੈ। ਬਟ ਤੁਹਾਡਾ ਬਿਲੀਫ ਹੈ ਨਾ, ਮੇਰਾ ਵੀ ਇੱਕ ਬਿਲੀਫ ਸੀਗਾ। ਹੁਣ ਮੇਰਾ ਇੱਕ ਬਹੁਤ ਹੀ ਇੰਟਰਨਲ ਬਿਲੀਫ ਹੈ। ਮੈਨੂੰ ਤਾਂ ਹੁਣ ਪਹਿਲੇ ਸਮਝ ਨਹੀਂ ਆਉਂਦੀ ਸੀ ਕੰਮ ਕਿੱਦਾਂ ਕਰਦੀ ਹੈ। ਮੈਂ ਤਾਂ 1 ਸਾਲ ਇੱਦਾਂ ਰੋਈ ਕਿ ਯਾਰ ਮੈਂ ਕਿਉਂ ਆ ਗਈ ਹੋਮਿਓਪੈਥੀ ਲਾਈਨ 'ਚ। ਬਾਅਦ ਦੇ ਵਿੱਚ ਜਦੋਂ ਇਹਦੇ ਖੁਦ ਦੇ ਮਿਰੇਕਲਸ ਮੈਂ ਦੇਖਣੇ ਸ਼ੁਰੂ ਕੀਤੇ ਕਿ ਨਾਓ ਮੇਰੇ ਤੋਂ ਹੈਪੀਐਸਟ ਪਰਸਨ ਕੋਈ ਨਹੀਂ ਹੈ, ਕਿ ਮੈਂ ਲੋਕਾਂ ਨੂੰ ਠੀਕ ਕਰ ਪਾ ਰਹੀ ਹਾਂ। ਬਹੁਤ ਪ੍ਰੇਅਰਸ ਹੁੰਦੀਆਂ ਮੈਂ ਇਸ ਫੀਲਡ 'ਚ ਆ ਕੇ। ਤਾਂ ਯੂ ਯੋਰਸੈਲਫ ਕੈਨ ਡਿਸਾਈਡ ਨਾ ਕਿ ਤੁਸੀਂ ਕੀ ਆਪਟ ਕਰਨਾ ਹੈ। ਐਮਰਜੈਂਸੀ ਲਈ ਆਲਵੇਜ਼ ਐਲੋਪੈਥੀ, ਬਟ ਹੋਮਿਓਪੈਥੀ ਇਜ਼ ਮੈਂਟ ਫॉर ਦੀ ਕ੍ਰੋਨਿਸਿਟੀ। ਜਿੰਨੀ ਬਿਮਾਰੀ ਤੁਹਾਡੀ ਪੁਰਾਣੀ ਹੋਏਗੀ ਉਨੀ ਤੁਹਾਨੂੰ ਐਲੋਪੈਥੀ ਨਹੀਂ ਠੀਕ ਕਰੇਗੀ। ਤੁਹਾਡੀ ਐਲੋਪੈਥੀ ਪੂਰੇ ਸਾਲ, ਤੁਹਾਨੂੰ ਜਦ ਤੱਕ ਮਰਦੇ ਨਹੀਂ ਤਦ ਤੱਕ ਐਲੋਪੈਥੀ ਲੱਗ ਜਾਏਗੀ। ਤੁਸੀਂ ਕਹਿੰਦੇ ਹੋ ਨਾ ਤੁਹਾਡਾ ਸਭ ਦਾ ਇੱਕ, ਮੈਨੂੰ ਇੱਕੋ ਹੀ ਕੁਐਸਚਨ ਹੁੰਦਾ ਮੈਮ ਹੋਮਿਓਪੈਥੀ ਕਿੰਨੇ ਲੰਬੇ ਟਾਈਮ ਲਈ ਖਾਣੀ ਪਏਗੀ। ਤੁਸੀਂ ਐਲੋਪੈਥੀ ਵਾਲੇ ਕੋਲ ਜਾਓ, ਤੁਹਾਨੂੰ ਗੋਲੀ ਲਗਾ ਦੇਗਾ ਸਾਰੀ ਉਮਰ ਲਈ। ਉਹਨੂੰ ਤਾਂ ਕਦੀ ਨਹੀਂ ਪੁੱਛਿਆ ਕਿੰਨੇ ਲੰਬੇ ਟਾਈਮ ਲਈ ਖਾਣੀ ਪਏਗੀ। ਕ੍ਰੋਨਿਕ ਡਿਜ਼ੀਜ਼, ਹਾਂ, ਬੀਪੀ ਲਈ ਤੁਹਾਨੂੰ ਟੈਲਮਿਸਾਟਨ ਲੱਗ ਗਈ ਹੈ, ਐਮਲੋਂਗ ਲੱਗ ਗਈ ਹੈ, ਡਾਇਬਟੀਜ਼ ਲਈ ਗਲਿਮੀਪੇਰਾਈਡ, ਮੈਟਫੋਰਮਿਨ ਲੱਗ ਗਿਆ ਨੇ, ਥਾਇਰਾਇਡ ਲਈ ਥਾਇਰੋਨੋਮਸ ਲੱਗ ਗਿਆ ਨੇ। ਤੁਹਾਨੂੰ ਕਿੰਨਾ ਕੁਛ ਤਾਂ ਹੈ। ਤੇ ਸਾਨੂੰ ਆ ਕੇ ਤੁਸੀਂ ਇੱਕੋ ਹੀ ਕੁਐਸਚਨ ਪੁੱਛਦੇ ਹੋ ਜੀ ਕਿੰਨੇ ਲੰਬੇ ਟਾਈਮ ਨਹੀਂ ਖਾ ਲਵੇਂਗੇ। ਅਰੇ ਤੁਸੀਂ ਜਿੰਨੇ ਲੰਬੇ ਟਾਈਮ ਨੂੰ ਬਿਮਾਰੀ ਡਿਵੈਲਪ ਕਰਨ 'ਚ ਟਾਈਮ ਲਾਇਆ, ਉਨੇ ਲੰਬੇ ਟਾਈਮ ਲਈ ਤਾਂ ਦਵਾਈ ਖਾਓ। ਬਿਲਕੁਲ ਠੀਕ ਹੈ। ਐਟਲੀਸਟ ਤੁਸੀਂ ਸਵਾਦ ਤਾਂ ਖਾ ਰਹੇ ਹੋ। ਸਵਾਦ ਹੋਮਿਓਪੈਥੀ ਅਸਲੀ ਦੇ ਵਿੱਚ ਬਹੁਤ ਕੜਵੀ ਹੈ। ਜਿਹੜੀ ਮੈਂ ਮੈਡੀਸਿਨ ਦਿੰਦੀ ਹਾਂ ਉਹ ਤਾਂ ਕਹਿੰਦੇ ਨੇ ਕਿ ਜਿਵੇਂ ਪੋਲੀਓ ਡ੍ਰੌਪਸ ਪਾਤੀਆਂ ਨੇ ਮੂੰਹ ਦੇ ਵਿੱਚ, ਇੱਦਾਂ ਮੈਡੀਸਿਨ। ਹੋਮਿਓਪੈਥੀ ਕਦੀ ਸਵਾਦ ਨਹੀਂ ਹੁੰਦੀ। ਹੋਮਿਓਪੈਥੀ ਜਿਵੇਂ ਸੇਫ ਹੈ, ਤੁਸੀਂ ਕਿਹਾ ਕਿ ਆਪਾਂ ਕਫ ਸਿਰਪ ਦੇਖੇ ਬੱਚਿਆਂ ਦੇ ਬਾਹਰ ਪਏ ਹੋਏ। ਹੋਮਿਓਪੈਥੀ ਆਪਾਂ ਬਣਾਈ ਹੀ ਇਸ ਲਈ ਸੀਗੀ ਕਿ ਤੁਸੀਂ ਉਹਨੂੰ ਅੱਛੀ ਤਰ੍ਹਾਂ ਡਾਈਜੈਸਟ, ਅੱਛੀ ਤਰ੍ਹਾਂ ਪੈਲੇਟੇਬਲ ਕਰ ਸਕੋ। ਔਰ ਦੂਸਰੀ ਚੀਜ਼ ਇਹ ਵੀ ਹੈ, ਜਿਸ ਤਰ੍ਹਾਂ ਆਪਾਂ ਐਂਟੀਬਾਇਓਟਿਕਸ ਖਾਂਦੇ ਹਾਂ ਜਾਂ ਹੋਰ ਖਾਂਦੇ ਹਾਂ, ਉਸ ਤੋਂ ਬਾਅਦ ਦੇਖਦੇ ਹਾਂ ਕਿ ਡਾਈਜੈਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਤੁਹਾਡੀ ਗੈਸਟ੍ਰਿਕ ਇਸ਼ੂ ਕਰਦੇ ਨੇ। ਤੁਹਾਨੂੰ ਐਂਟੀਬਾਇਓਟਿਕਸ ਦੇ ਨਾਲ ਆਲਵੇਜ਼ ਯੂ ਹੈਵ ਟੂ ਟੇਕ DSR ਇਨ ਦੀ ਮਾਰਨਿੰਗ। ਤੁਹਾਨੂੰ DSR ਖਾਣੀ ਹੀ ਖਾਣੀ ਪਏਗੀ। ਸੌਂਪਰਾਸ ਵਗੈਰਾ ਹੋ ਗਏ, ਕੋਈ ਵੀ ਹੋ ਗਈ, ਤੁਹਾਨੂੰ ਖਾਣੀ ਪਏਗੀ। ਤੋ ਡਾਕਟਰ ਸਾਹਿਬ ਤੁਸੀਂ ਆਏ ਤੇ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਊਗੀ ਤੇ ਉਹ ਤੁਹਾਡੇ ਨਾਲ ਕਨੈਕਟ ਕਰਨਾ ਜ਼ਰੂਰੀ ਸਮਝਣਗੇ ਜਾਂ ਤੁਹਾਡੇ ਨਾਲ ਕਨੈਕਟ ਕਰਨਗੇ ਵਿਦ ਫੁੱਲ ਕੌਨਫੀਡੈਂਸ, ਆਈ ਬਿਲੀਵ। ਸੋ ਇਹ ਸਨ ਡਾਕਟਰ ਜ਼ੋਬਾ ਸਪਰਾ। ਤੇ ਜੇ ਕੋਈ ਹੋਰ ਕੁਐਰੀ ਹੋਵੇ ਤਾਂ ਤੁਸੀਂ ਸਾਨੂੰ DM ਵੀ ਕਰ ਸਕਦੇ ਹੋ, ਜਾਂ ਅਸੀਂ ਨੀਚੇ ਨੰਬਰ ਵੀ ਫਲੈਸ਼ ਕਰਾਂਗੇ ਡਾਕਟਰ ਸਾਹਿਬ ਦਾ। ਜੇ ਤੁਹਾਡੀ ਕੋਈ ਪਰਸਨਲ ਕੁਐਰੀ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਧੰਨਵਾਦ, ਸਤਿ ਸ਼੍ਰੀ ਅਕਾਲ।